आप लेहो तुम कथा सुधारी, हम ना सकत कर सिफत तुम्हारी। आप लेहो तुम कथा सुधारी। वाहिगुरु वाहिगुरु साहिब जी। संपूर्ण पढ़। असन प्रेम उमाहड़ा, क्यों मिलिए हर जाए। मन तन प्यास दर्शन घनी, कोई आन मिलावे माए। संत सहाई प्रेम के, हौ तिन कै लागा पाए। वेण प्रभ क्यों सुख पाइए, दूजी नाही जाए। जिने चाख्या प्रेम रस, से तृप्त रहे आगाए। आप त्याग बिनती करे, लेहो प्रभु लड़ाए। जो हर कंत मिलाइया, से विछड़ कतहि न जाए। प्रभ बिन दूजा को नहीं, नानक हर शरणाए। असु सुखी बसंदिया, जिना मया हर राए। असन प्रेम उमाहड़ा, क्यों मिलिए हर जाए। वाहिगुरु जी का खालसा, वाहिगुरु जी की फतेह। ਦੀਨ ਦੁਨੀਆ ਦੇ ਵਾਲੀ ਕਿਰਪਾਲੂ ਸਤਿਗੁਰੂ, ਖੰਡਾਂ ਬ੍ਰਹਮੰਡਾਂ ਦੇ ਮਾਲਕ, ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਪਾਵਨ ਨਿੱਘੀ ਗੋਦ ਅੰਦਰ ਸੁਭਾਏਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ। ਗੁਰਦੇਵ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ, ਜੋ ਇਹ ਪਵਿੱਤਰ ਸੰਗਤ ਦੀਆਂ ਘੜੀਆਂ ਬਖਸ਼ ਕਰਕੇ ਸਾਨੂੰ ਨਵਾਜਣਾ ਕੀਤਾ ਹੈ। ਜੋ ਮਹੀਨਾਵਾਰੀ ਸਮਾਗਮ ਆਪ ਲੋਹੀਆਂ ਨਗਰ ਦੀਆਂ ਸੰਗਤਾਂ ਮਿਲ ਕਰਕੇ ਮਨਾਉਂਦੇ ਹੋ, ਉਹਨਾਂ ਸਮਾਗਮਾਂ ਦੇ ਵਿੱਚ ਸਮੁੱਚੀਆਂ ਸਿੱਖ ਸੰਗਤ ਆਪ ਹਾਜ਼ਰੀ ਭਰ ਰਹੇ ਹੋ। ਸਾਧ ਸੰਗਤ ਜੀ, ਸੰਗਰਾਂਦ ਦਾ ਦਿਹਾੜਾ ਹੈ। ਕੱਲ੍ਹ ਦੇ ਦਿਹਾੜੇ ਜੋ ਭਾਦਰੋਂ ਦਾ ਮਹੀਨਾ ਬਤੀਤ ਹੋਇਆ ਹੈ, ਅੱਜ ਤੋਂ ਅੱਸੂ ਦਾ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ। ਧੰਨ ਹਨ ਗੁਰਦੇਵ ਸਤਿਗੁਰੂ ਸਾਹਿਬ ਜੀ, ਜਿਨ੍ਹਾਂ ਨੇ ਭਾਈ ਸਾਨੂੰ ਸਮੇਂ ਸਮੇਂ ਮੁਤਾਬਕ ਪਾਵਨ ਪਵਿੱਤਰ ਉਪਦੇਸ਼ ਬਖਸ਼ ਕਰਕੇ ਨਿਹਾਲ ਕੀਤਾ ਹੈ। ਸਾਡੇ ਬਜ਼ੁਰਗ ਆਮ ਤੌਰ 'ਤੇ ਮਹੀਨੇ ਦੇ ਦਿਹਾੜੇ ਭਾਵ ਸੰਗਰਾਂਦ ਦੇ ਦਿਹਾੜੇ 'ਤੇ ਇਹ ਆਦਿ ਕਾਲ ਤੋਂ ਮਰਿਆਦਾ ਹੈ ਕਿ ਗੁਰੂ ਘਰਾਂ ਵਿੱਚ ਜਾਂ ਧਰਮਸ਼ਾਲਾ ਵਿੱਚ ਇਕੱਤਰ ਹੋ ਕਰਕੇ ਅਤੇ ਉਪਦੇਸ਼ ਸਰਵਣ ਕਰਨਾ ਕਿ ਇਹ ਜਿਹੜਾ ਮਹੀਨਾ ਹੈ, ਇਸ ਮਹੀਨੇ ਦੁਆਰਾ ਕਿਸ ਤਰੀਕੇ ਨਾਲ ਵਰਤਿਆ ਜਾਵੇ। ਧੰਨ ਸਤਿਗੁਰੂ ਸਾਹਿਬ, ਰਹਿਮਤ ਦੇ ਖਜ਼ਾਨੇ ਸਤਿਗੁਰੂ ਗੁਰਦੇਵ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਜਿੱਥੇ ਭਾਦਰੋਂ ਦੇ ਮਹੀਨੇ 'ਚ ਸਾਨੂੰ ਦੱਸਣਾ ਕੀਤਾ ਸੀ ਕਿ ਜੇ ਸੱਜਣਾ ਦੋਵਾਂ ਭਾਵਾਂ ਵਿੱਚ ਭੁੱਲਾ ਰਿਹਾ, ਦਵੈਤ ਭਾਵ ਤੇਰੇ ਅੰਦਰੋਂ ਨਾ ਗਿਆ, ਅਤੇ ਫਿਰ ਵਿਛੜ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਚੋਟਾਂ ਖਾਣੀਆਂ ਪੈਣਗੀਆਂ। ਹੁਣ ਅੱਸੂ ਦੇ ਮਹੀਨੇ ਦੀ ਅਰੰਭਤਾ 'ਤੇ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ।
ਪ੍ਰੇਮ ਸਤਿਕਾਰ ਸਹਿਤ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰੇਮ ਉਮਾਹੜਾ। ਗੁਰਦੇਵ ਜਿਤਨੇ ਵੀ ਮਾਈ ਭਾਈ ਗੁਰੂ ਕੀ ਹਜ਼ੂਰੀ ਚਾਹੁੰਦੇ ਹਨ ਜਾਂ ਜਿਤਨੇ ਵੀ ਜਗਿਆਸੂ ਹਨ, ਹਰ ਇੱਕ ਦੀ ਪ੍ਰੇਮ ਦੀ ਅਵਸਥਾ ਹੈ। ਜਗਿਆਸਾ ਤੋਂ ਬਿਨਾਂ ਵਿਰਾਗ ਨਹੀਂ ਪੈਦਾ ਹੋ ਸਕਦਾ, ਵਿਰਾਗ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜਗਿਆਸੂ ਉਸ ਨੂੰ ਆਖਦੇ ਹਨ ਜਿਸ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਨੂੰ ਮਿਲਣ ਦੀ ਇੱਛਾ ਜਾਗੀ ਹੈ। ਪਰ ਅਜੇ ਪਤਾ ਨਹੀਂ ਲੱਗ ਰਿਹਾ ਕਿ ਕਿਸ ਪਾਸੇ ਨੂੰ ਜਾ ਕਰਕੇ ਕਿਹੜਾ ਢੰਗ ਹੈ। ਥਾਂ ਥਾਂ ਤੋਂ ਜਾ ਕੇ ਪੁੱਛਦਾ ਫਿਰਦਾ ਹੈ ਕਿ ਕੋਈ ਉਹ ਸੌਖਾ ਜਿਹਾ ਤਰੀਕਾ ਦੱਸੋ ਜਿਸ ਤਰੀਕੇ ਦੁਆਰਾ ਮੈਂ ਭਾਈ ਪਰਮੇਸ਼ਰ ਵਾਹਿਗੁਰੂ ਦਾ ਮਿਲਾਪੀ ਹੋ ਸਕਾਂ। ਅਤੇ ਧੰਨ ਸਤਿਗੁਰੂ ਸਾਹਿਬ ਜੀ ਦੇ ਪਾਸ ਅੱਸੂ ਦੇ ਮਹੀਨੇ ਦੁਆਰਾ ਸੰਗਤ ਨੇ ਬੇਨਤੀ ਕੀਤੀ, ਗੁਰਦੇਵ ਕਿਰਪਾ ਕਰੋ, ਰਹਿਮਤ ਕਰੋ, ਇਹ ਜਿਹੜਾ ਅੱਸੂ ਦਾ ਮਹੀਨਾ ਹੈ ਕਿਸ ਤਰੀਕੇ ਦੇ ਨਾਲ ਬਤੀਤ ਹੋਵੇ। ਗੁਰਦੇਵ ਕਹਿੰਦੇ ਹਨ ਕਿ ਭਾਈ ਜਿਹੜਾ ਅੱਸੂ ਦਾ ਮਹੀਨਾ ਹੈ ਨਾ, ਇਹਦੇ ਅੰਦਰ ਪ੍ਰੇਮ ਦਾ ਉਮਾਹੜਾ ਉਛਾਲ ਆਇਆ ਹੋਇਆ ਹੈ। ਪ੍ਰੇਮ ਕੀ ਹੈ? ਇੱਕ ਪਤੀ ਅਤੇ ਪਤਨੀ ਦਾ ਪ੍ਰੇਮ ਹੈ। ਇਸੇ ਤਰੀਕੇ ਦੇ ਨਾਲ ਇੱਕ ਪ੍ਰੇਮ ਹੁੰਦਾ ਹੈ ਸੇਵਕ ਅਤੇ ਗੁਰੂ ਦਾ। ਇੱਕ ਪ੍ਰੇਮ ਹੈ ਸ਼ਾਹੂਕਾਰ ਅਤੇ ਵਣਜਾਰੇ ਦਾ, ਉਹ ਵੀ ਪ੍ਰੇਮ ਹੈ, ਭਾਵ ਸ਼ਾਹੂਕਾਰ ਦੇ ਪਾਸੋਂ ਵਸਤੂ ਪ੍ਰਾਪਤ ਕਰਨ ਵਾਲੇ ਦਾ, ਉਹ ਵੀ ਪ੍ਰੇਮ ਹੀ ਹੈ। ਇਸੇ ਤਰੀਕੇ ਦੇ ਨਾਲ ਪ੍ਰੇਮ ਦੀ ਅਵਸਥਾ ਜਿਵੇਂ ਧਰਮ ਪਤਨੀਆਂ ਦੇ ਵਿੱਚ ਵੀ ਅਨੇਕ ਤਰੀਕਿਆਂ ਦੇ ਨਾਲ, ਇੱਕ ਤਾਂ ਉਹ ਬੀਬੀਆਂ ਹਨ ਜਿਨ੍ਹਾਂ ਨੂੰ ਪਤੀ ਦਾ ਪ੍ਰਦੇਸ਼ ਜਾਣਾ ਸੁਣਨੇ 'ਤੇ ਪ੍ਰੇਮ ਹੈ। ਪਤੀ ਦਾ ਪ੍ਰਦੇਸ਼ ਜਾਣਾ ਸੁਣਿਆ ਹੈ ਤਾਂ ਮਨ 'ਚ ਉਸ ਸਮੇਂ ਬੜਾ ਵੱਡਾ ਵੈਰਾਗ ਪੈਦਾ ਹੋਇਆ। ਵੈਰਾਗ ਪੈਦਾ ਹੋਣੇ 'ਤੇ ਸਰੀਰ ਕੰਬ ਰਿਹਾ ਹੈ। ਇਹ ਜਾਣਦੀਆਂ ਨੇ ਪਤੀ ਨੇ ਛੱਡ ਕਰਕੇ ਚਲਾ ਜਾਣਾ, ਜਾਂ ਪਤੀ ਨਾਲੋਂ ਵਿਛੋੜਾ ਪਿਆ ਹੋਇਆ ਹੈ, ਪੈ ਜਾਵੇਗਾ ਹੁਣ ਤੋਂ ਬਾਅਦ। ਉਹ ਫਿਰ ਕੀ ਕਰਦੀਆਂ ਨੇ? ਪ੍ਰੇਮ ਦੇ ਵਿੱਚ ਬੱਝੀਆਂ ਹੋਈਆਂ ਬੜਾ ਵਿਰਲਾਪ ਕਰਦੀਆਂ, ਵਿਰਾਗ ਕਰਦੀਆਂ। ਪਰ ਜਿਸ ਸਮੇਂ ਫਿਰ ਘਰ ਦੇ ਧੰਦਿਆਂ 'ਚ ਜੁਟ ਜਾਂਦੀਆਂ ਹਨ, ਫਿਰ ਪਤੀ ਦੀ ਜਿਹੜੀ ਯਾਦ ਹੈ, ਜਿਹੜੀ ਉਸ ਦਿਹਾੜੇ ਦੁਖਦਾਈ ਸੀ, ਉਹ ਹੌਲੀ ਹੌਲੀ ਵਿਸਰ ਜਾਂਦੀ। ਫਿਰ ਧੰਦੇ ਹੀ ਮੁੱਖ ਰਹਿ ਜਾਂਦੇ ਹਨ। ਇਸੇ ਤਰੀਕੇ ਦੇ ਨਾਲ ਦੂਸਰੀਆਂ ਐਸੀਆਂ ਹਨ, ਪ੍ਰੇਮ ਉਹਨਾਂ ਦੇ ਅੰਦਰ ਵੀ ਹੈ, ਪਤੀ ਦਾ ਵਿਛੋੜਾ ਸੁਣਿਆ ਹੈ, ਸੋ ਵਿਛੋੜੇ ਵਿੱਚ ਆਪਣੇ ਸਰੀਰ ਨੂੰ ਹੀ ਇਤਨਾ ਜ਼ਿਆਦਾ ਦੁਖੀ ਕਰ ਲਿਆ ਹੈ, ਵਿਛੋੜੇ ਦੇ ਵਿੱਚ ਸੁੱਖ ਕਰਕੇ ਕੰਗਰ ਹੋ ਜਾਂਦੀਆਂ ਹਨ, ਬਿਲਕੁਲ ਆਪਣੀ ਅਵਸਥਾ ਨੂੰ ਹਰ ਟਾਈਮ ਵਿਛੋੜੇ ਦੇ ਅੰਦਰ ਝੂਰਦਿਆਂ ਰਹਿਣਾ। ਤੀਸਰੀਆਂ ਕੌਣ ਹਨ? ਜਿਨ੍ਹਾਂ ਬਾਬਤ ਆਪਾਂ ਪੜ੍ਹਦੇ ਹਾਂ, ਸਤੀਆਂ ਇਹ ਨਾ ਆਖੀਆਂ ਮੜਿਆਂ ਲੱਗ ਜਲਨ, ਸਤੀਆਂ ਸੇਈ ਨਾਨਕਾ ਬਿਰਹ ਝੋਟ ਮਰਨ। ਜਿਨ੍ਹਾਂ ਨੂੰ ਪਤਾ ਲੱਗਾ ਹੈ ਕਿ ਪਤੀ ਨੇ ਪ੍ਰਦੇਸ਼ ਨੂੰ ਜਾਣਾ ਹੈ, ਜਾਂ ਪਤੀ ਨਾਲੋਂ ਵਿਛੋੜਾ ਹੋ ਜਾਣਾ ਹੈ, ਜਾਂ ਪਤੀ ਵਿਛੋੜਾ ਦੇ ਕਰਕੇ ਚਲਾ ਗਿਆ, ਹਿਰਦੇ ਨੂੰ ਐਸੀ ਚੋਟ ਲੱਗੀ, ਉੱਥੇ ਥਾਂ ਦੇ ਥਾਂ ਹੀ ਸਵਾਦ ਪਿਆ। ਜਿਵੇਂ ਕਿ ਭਗਤ ਕਬੀਰ ਜੀ ਦੇ ਪਾਸ ਗੁਰਸਿੱਖ ਮਹਾਤਮ ਜਨਾਂ ਨੇ ਆਣ ਕਰਕੇ ਬੇਨਤੀ ਕੀਤੀ, ਮਹਾਂਪੁਰਖੋ ਭਗਤ ਜੀ ਆਪ ਜੀ ਦੇ ਪਾਸੋਂ ਸਤੀਆਂ ਦੀ ਕਥਾ ਤੇ ਸੁਣੀ ਹੈ ਪਰ ਕਦੀ ਦਰਸ਼ਨ ਨਹੀਂ। ਸਤੀਆਂ ਕੈਸੀਆਂ ਹੁੰਦੀਆਂ ਹਨ, ਆਪ ਕਿਰਪਾ ਕਰਕੇ ਸਾਨੂੰ ਦੱਸੋ। ਤਾਂ ਕਹਿੰਦੇ ਭਗਤ ਕਬੀਰ ਜੀ ਨੇ ਆਪਣੇ ਵਸਤਰਾਂ ਦੇ ਉੱਤੇ ਜਿਹੜੇ ਗਲ ਵਿੱਚ ਪਾਏ ਹੋਏ ਸਨ, ਉਹਨਾਂ 'ਤੇ ਖੂਨ ਲਾ ਕਰਕੇ ਆਖਿਆ, ਕਹਿੰਦੇ ਸਤੀ ਦੇ ਗੁਣ ਬਾਅਦ 'ਚ ਦੱਸਾਂਗੇ, ਜਾਓ ਇਹ ਜਾ ਕਰਕੇ ਲੋਈ ਜੀ ਨੂੰ ਦੇ ਕੇ ਆਖਿਓ ਕਿ ਭਗਤ ਜੀ ਦੇ ਉੱਤੇ ਇੱਕ ਜਾਨਵਰ ਨੇ ਹਮਲਾ ਕਰ ਦਿੱਤਾ, ਉਹਨਾਂ ਸਰੀਰ ਤਿਆਗ ਦਿੱਤਾ। ਉਹਨਾਂ ਜਾ ਕੇ ਵਸਤਰ ਵਿਖਾਲੇ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਮਾਤਾ ਲੋਈ ਜੀ ਨੇ ਉਹ ਵਸਤਰ ਵੇਖਦਿਆਂ ਸਾਰੀ ਪ੍ਰਾਣ ਤਿਆਗ ਦਿੱਤੇ। ਅਗਲਾ ਬਚਨ ਹੀ ਨਹੀਂ ਪੁੱਛਿਆ ਕਿ ਕੀ ਕਾਰਨ ਬਣਿਆ, ਕੀ ਹੋਇਆ। ਸੋ ਭਗਤ ਜੀ ਵੀ ਉਤਨੇ ਸਮੇਂ ਨੂੰ ਚੱਲ ਕਰਕੇ ਆ ਗਏ। ਸੋ ਮਹਾਤਮਾ ਜਨ ਕਹਿਣ ਲੱਗੇ, ਜੀ ਬੜੀ ਵੱਡੀ ਸੋ ਘਟਨਾ ਘਟ ਗਈ ਹੈ। ਸੋ ਲੋਈ ਜੀ ਨੇ ਪ੍ਰਾਣ ਤਿਆਗ ਦਿੱਤੇ ਹਨ। ਕਹਿੰਦੇ ਤੁਸੀਂ ਭਾਈ ਪੁੱਛਦੇ ਸੀ ਸਤੀਆਂ ਦੇ ਦਰਸ਼ਨ ਕਰਨੇ ਹਨ। ਸਤੀ ਇਹੋ ਹੀ ਹੈ ਜਿਹੜੀ ਬਿਰਹੋ ਦੇ ਚੋਟ ਵਿੱਚ ਹੀ ਮਰ ਜਾਵੇ। ਸੋ ਅਸਲੀ ਸਤੀ ਇਸੇ ਤਰੀਕੇ ਨਾਲ ਮੰਨੀ ਜਾਂਦੀ। ਇਸੇ ਤਰੀਕੇ ਦੇ ਨਾਲ ਭਾਈ ਜਿਤਨੇ ਜੀਵ ਰੂਪੀ ਇਸਤਰੀਆਂ ਹਨ,
ਜਿਤਨਾ ਨੇ ਜਗਿਆਸਾ ਧਾਰਨ ਕੀਤੀ ਹੈ ਪਰਮੇਸ਼ਰ ਵਾਹਿਗੁਰੂ ਦੇ ਮਲਾਪੀ ਹੋਣ ਦੀ। ਇਸੇ ਤਰੀਕੇ ਦੇ ਨਾਲ ਹਰ ਇੱਕ ਸਿੱਖ ਦੇ ਅੰਦਰ ਪ੍ਰੇਮ ਹੈ, ਪਰ ਪ੍ਰੇਮ ਦੀ ਅਵਸਥਾ ਵੱਖੋ ਵੱਖਰੀ ਹੈ। ਇਸੇ ਤਰੀਕੇ ਦੇ ਇੱਕ ਤੇ ਉਹ ਹਨ ਜਿਹੜੇ ਸੰਗਤ ਵਿੱਚ ਬੈਠੇ ਵਿਰਾਗ ਪੈਦਾ ਹੋਇਆ, ਉਸ ਸਮੇਂ ਪਰਮੇਸ਼ਰ ਤੋਂ ਜਾਣਨਾ ਕੀਤਾ ਕਿ ਭਾਈ ਅਸੀਂ ਤੇ ਪਰਮੇਸ਼ਰ ਵਾਹਿਗੁਰੂ ਤੋਂ ਟੁੱਟੇ ਹੋਏ, ਮਨ ਦਾ ਟਿਕਾ ਹੀ ਨਹੀਂ ਬਣ ਰਿਹਾ ਹੈ, ਮਨ ਭੱਜਿਆ ਹੀ ਫਿਰਦਾ ਹੈ। ਵਿਰਾਗ ਆ ਗਿਆ ਸੰਗਤ ਵਿੱਚ ਬੈਠਣੇ ਤੇ, ਜਦੋਂ ਸੰਗਤ ਵਿੱਚ ਜੁੜੇ ਉਤਨਾ ਸਮਾਂ ਤੇ ਵਿਰਾਗ ਰਿਹਾ, ਪਰ ਜਿਸ ਸਮੇਂ ਧੰਦਿਆਂ ਵਿੱਚ ਜੁਟ ਗਏ ਫਿਰ ਜਾ ਕਰਕੇ ਉਹ ਸਾਰਾ ਹੀ ਵਿਰਾਗ ਜਾਂਦਾ ਰਹਿ ਗਿਆ। ਜਿਵੇਂ ਪਹਿਲੀ ਅਵਸਥਾ 'ਚ ਸੀ, ਵਿਛੋੜੇ ਦਾ ਦੁੱਖ ਤੇ ਹੈ, ਪਰ ਧੰਦਿਆਂ ਵਿੱਚ ਬਿਰਤੀ ਲੱਗਣ ਕਰਕੇ ਉਹ ਵਿਛੋੜੇ ਦਾ ਜਿਹੜਾ ਦੁੱਖ ਸੀ ਉਹ ਸਾਰਾ ਨਾਸ ਹੋ ਗਿਆ, ਕੇਵਲ ਤੇ ਕੇਵਲ ਬਿਰਤੀ ਪਦਾਰਥਾਕਾਰ ਹੋ ਗਈ। ਇਸੇ ਤਰੀਕੇ ਦੇ ਨਾਲ ਸੰਗਤ ਵਿੱਚ ਆਵਣੇ ਤੇ ਪ੍ਰੇਮ ਆਨੰਦ ਦੀ ਪ੍ਰਾਪਤੀ ਤਾਂ ਹੋਈ, ਵਿਰਾਗ ਤੇ ਪੈਦਾ ਹੋਇਆ, ਪਰ ਜਿਸ ਸਮੇਂ ਪਦਾਰਥਾਂ ਵਿੱਚ ਰੁੱਝ ਗਏ ਮੇਰੇ ਵਰਗੇ, ਉਸ ਸਮੇਂ ਪਰਮੇਸ਼ਰ ਵਾਹਿਗੁਰੂ ਦੇ ਮਲਾਪੀ ਹੋਣਾ ਹੈ ਇਹ ਭੁੱਲ ਜਾਂਦਾ ਹੈ। ਦੂਸਰੇ ਕੌਣ ਹਨ? ਜਿਨ੍ਹਾਂ ਨੇ ਭਾਈ ਸਤਿਗੁਰੂ ਸਾਹਿਬ ਜੀ ਦੇ ਪ੍ਰੇਮ ਵਿੱਚ ਇੰਨਾ ਉਤਸ਼ਾਹ ਉਮਾਹ ਕੀਤਾ ਹੈ, ਆਪਣੇ ਆਪ ਨੂੰ ਬੰਦਗੀ ਭਗਤੀ ਕਰਦਿਆਂ ਹੋਇਆਂ ਬੜੀਆਂ ਔਖੀਆਂ ਕਰੜੇ ਤਪ ਕੀਤੇ ਹਨ। ਹਾੜ ਦੇ ਮਹੀਨਿਆਂ 'ਚ ਪੁੱਠੇ ਲਮਕ ਲਮਕ ਕੇ, ਸਿਆਲ ਵਿੱਚ ਜਲ ਧਾਰੇ ਕਰਕੇ ਆਦਿ ਇਸ ਤਰੀਕੇ ਦੇ ਨਾਲ ਸਰੀਰ ਨੂੰ ਤਾੜਨਾ ਕਰਕੇ ਪਰਮੇਸ਼ਰ ਦੇ ਮਲਾਪੀ ਹੋਣਾ ਚਾਹਿਆ। ਫਿਰ ਤੀਸਰੇ ਕੌਣ ਹਨ? ਜਿਨ੍ਹਾਂ ਬਾਬਤ ਆਪਾਂ ਪੜ੍ਹਦੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੇ, ਜਿਨ੍ਹਾਂ ਨੂੰ ਕਦੀ ਵਾਸਤੇ ਵੀ ਆਉਂਦੇ ਜਾਂਦੇ ਸਾਹਾਂ ਦੁਆਰਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਹੀਂ ਭੁੱਲਦਾ। ਭਾਈ ਉਹ ਜਿਹੜੇ ਹਨ ਉਹਨਾਂ ਦੇ ਅੰਦਰ ਪ੍ਰੇਮ ਦਾ ਉਮਾਹੜਾ, ਜਿਹੜਾ ਇਹ ਕਹਿ ਲਈਏ ਸਤਿਗੁਰੂ ਸਾਹਿਬ ਜੀ ਨੇ ਵੱਡਾ ਜਿਵੇਂ ਕਹਿ ਲਈਏ ਛਲ ਲਿਆਂਦੀ ਹੋਈ ਹੈ ਪ੍ਰੇਮ ਦੇ। ਕੈਸਾ ਹੈ ਉਹ ਪ੍ਰੇਮ ਜੀ? ਜਿਹੜਾ ਪ੍ਰੇਮ ਕਦੀ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਸਾਨੂੰ ਕਰਨਾ ਸਿਖਾਇਆ। ਜੇ ਕੋਈ ਪੁੱਛੇ ਕਿ ਸਾਨੂੰ ਕੋਈ ਪ੍ਰਮਾਣ ਦੇ ਕੇ ਸਮਝਾਵੋ, ਉਹ ਪ੍ਰੇਮ ਹੈ ਜਿਸ ਪ੍ਰੇਮ ਦੁਆਰਾ ਆਪਾਂ ਪੱਤਰਕਾ ਗੁਰਬਾਣੀ ਰੂਪ 'ਚ ਪੜ੍ਹਦੇ ਹਾਂ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ, ਮੁਹਿਰੈਣ ਨਾ ਵਿਹਾਵੇ, ਨੀਂਦ ਨਾ ਆਵੈ, ਬਿਨ ਦੇਖੈ ਗੁਰ ਦਰਬਾਰੇ ਜੀ। ਜਿਨ੍ਹਾਂ ਨੂੰ ਇੱਕ ਦਿਹਾੜਾ ਵੀ, ਇੱਕ ਘੜੀ ਵੀ, ਦਿਹਾੜੀ ਤੇ ਬੜੀ ਦੂਰ ਹੈ, ਸੋ ਭਾਈ ਤਿੰਨਾਂ ਘੜੀਆਂ ਦਾ ਇੱਕ ਪੈਰ ਹੈ ਤੇ 8 ਪੈਰਾਂ ਦਾ ਇੱਕ ਦਿਨ ਹੈ। ਤੇ ਮੇਰੇ ਵਰਗਿਆਂ ਨੂੰ ਤੇ ਕਈ ਵਾਰੀ ਮਹੀਨਾ 2-2 ਮਹੀਨੇ, ਕਈ ਇਹੋ ਜਿਹੇ ਸਿੱਖ ਵੀ ਮਿਲਦੇ ਹਨ ਜਿਹੜੇ ਕਹਿੰਦੇ ਬਾਬਾ ਜੀ ਤੁਸੀਂ ਦਰਬਾਰ ਸਾਹਿਬ ਤੋਂ ਆਏ, ਬੜਾ ਚੰਗਾ ਹੋਇਆ ਤੁਹਾਡੇ ਦਰਸ਼ਨ ਦੀਦਾਰੇ ਹੋਏ, ਸਾਨੂੰ ਤੇ ਛੋਟੇ ਹੁੰਦਿਆਂ ਨੂੰ ਘਰਦਿਆਂ ਨੇ ਖੜਿਆ ਸੀ, ਬਾਅਦ 'ਚ ਕਦੀ ਗਏ ਹੀ ਨਹੀਂ ਜਾ ਕੇ ਦੀਦਾਰ ਕੀਤੀ। ਪੁੱਛ ਲਈਏ ਪ੍ਰੇਮੀਆਂ ਗੁਰਦੁਆਰਾ ਸਾਹਿਬ ਕਿੰਨੇ ਦਿਨਾਂ ਬਾਅਦ ਜਾਣਾ? ਮਹਾਰਾਜ ਕਈ ਵਾਰੀ ਤੇ 24 25 ਮਹੀਨੇ ਆਪਣੇ ਪਿੰਡ ਵਾਲੇ, ਆਪਣੇ ਇਲਾਕੇ ਸ਼ਹਿਰ ਵਾਲੇ ਗੁਰਦੁਆਰਾ ਸਾਹਿਬ ਹੀ ਪਹੁੰਚੇ। ਪਰ ਧੰਨ ਹਨ ਸਤਿਗੁਰੂ ਸਾਹਿਬ ਜੀ ਨੇ ਦੱਸਿਆ ਭਾਈ ਇੱਕ ਘੜੀ ਵੀ ਜਿਨ੍ਹਾਂ ਨੂੰ ਗੁਰਦੇਵ ਦੇ ਦਰਸ਼ਨ ਨਾ ਹੋਣ ਤੇ ਗੁਰੂ ਕੇ ਸਿੱਖ ਕੀ ਮੰਨਦੇ ਹਨ? ਜਿਨ੍ਹਾਂ ਦੇ ਅੰਦਰ ਇਹ ਪ੍ਰੇਮ ਦਾ ਉਛਾਲ ਆਇਆ ਹੈ, ਉਹ ਮੰਨਦੇ ਹਨ ਕਿ ਭਾਈ ਇੱਕ ਘੜੀ ਵੀ ਪਰਮੇਸ਼ਰ ਵਾਹਿਗੁਰੂ ਜੀ ਦੇ ਦਰਸ਼ਨਾਂ ਤੋਂ ਬਿਨਾਂ ਬਤੀਤ ਹੋ ਜਾਵੇ, ਉਹ ਐਵੇਂ ਹੈ ਕਿ ਕਲਯੁਗ ਨੇ ਆਣ ਕਰਕੇ ਤੁਹਾਨੂੰ ਢਾ ਲੈਣਾ ਕੀਤਾ। ਸੋ ਅਸਣ ਦੇ ਮਹੀਨੇ ਅੰਦਰ ਐਸਾ ਪ੍ਰੇਮ ਦਾ ਉਮਾਹਾ, ਇੱਕ ਘੜੀ ਵੀ ਉਹ ਸਤਿਗੁਰੂ ਸਾਹਿਬ ਜੀ ਤੋਂ ਬਿਨਾਂ ਉਹ ਜੀਣਾ ਨਹੀਂ ਚਾਹੁੰਦੇ। ਕਹਿੰਦੇ ਭਾਈ ਸਵਾਲ ਕੀਤਾ ਹੈ, ਸਵਾਲ ਰੂਪ ਵਿੱਚ ਪਹਿਲਾ ਬਚਨ ਕਰ ਰਹੇ, ਪ੍ਰੇਮ ਦਾ ਉਮਾਹ ਤੇ ਬੜਾ ਹੈ, ਪਰ ਮਹਾਰਾਜ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਮਝਾਓ ਕਿਸ ਤਰੀਕੇ ਦੇ ਨਾਲ ਪਰਮੇਸ਼ਰ ਵਾਹਿਗੁਰੂ ਨੂੰ ਮਿਲਣਾ ਕਰੀਏ ਜੀ। ਪਿਆਸ ਦਰਸ਼ਨ ਘਣੀ। ਸੋ ਮਹਾਰਾਜ ਪੁੱਛਣਗੇ, ਹੇ ਭਾਈ ਸਿੱਖਾ ਮਿਲਣਾ ਕਿਉਂ ਚਾਹੁੰਦਾ ਹੈ? ਗੁਰਦੇਵ ਜੀ ਮੇਰੇ ਮਨ ਕਰਕੇ ਵੀ ਤੇ ਤਨ ਸਰੀਰ ਕਰਕੇ ਵੀ ਮੇਰੇ ਮਨ ਦੇ ਵਿੱਚ ਚਾਹਣਾ ਹੈ ਆਪ ਜੀ ਦੀ ਦੀਦਾਰ ਦਰਸ਼ਨਾਂ ਦੀ। ਹੁਣ ਦਰਸ਼ਨਾਂ ਦਾ ਵੀ ਵਿਦਵਾਨ ਜਨਾਂ ਨੇ ਵਿਧੀਆਂ ਦੱਸੀਆਂ ਨੇ, ਵੱਖੋ ਵੱਖਰੇ ਤਰੀਕੇ ਦੱਸੇ ਨੇ, ਜਿਹਨੂੰ ਆਪਾਂ ਪੜ੍ਹਨੇ ਸੁਪਨ ਵਿਚਿੱਤਰ ਚਿੱਤਰ। ਸੋ ਸੁਪਨ ਦਰਸ਼ਨ ਵੀ ਮੰਨੇ ਗਏ, ਫਿਰ ਚਿੱਤਰ ਦਰਸ਼ਨ ਹਨ, ਫਿਰ ਇਸੇ ਤਰੀਕੇ ਦੇ ਨਾਲ ਭਾਈ ਸਾਖਿਆਤ ਦਰਸ਼ਨ ਹਨ। ਇੱਕ ਉਹ ਹਨ ਕਿ ਸੁਪਨੇ ਦੇ ਵਿੱਚ ਦਰਸ਼ਨ ਹੋਏ ਹਨ, ਉਹਨਾਂ ਨੂੰ ਕਹਿੰਦੇ ਨੇ ਸੁਪਨ ਦਰਸ਼ਨ, ਕਿ ਮੇਰਾ ਪਤੀ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ
ਉਹ ਆ ਗੁਣਾਂ ਨੂੰ ਧਾਰਨ ਕਰਕੇ ਸੰਸਾਰ ਦੇ ਵਿੱਚ ਚੋਜ ਕਰ ਰਿਹਾ। ਦੂਸਰਾ ਤਸਵੀਰ ਵੇਖੀ ਹੈ ਜਿਹਨੂੰ ਚਿੱਤਰ ਦਰਸ਼ਨ ਕਹਿੰਦੇ। ਤਸਵੀਰ ਵੇਖੀ ਹੈ ਗੁਰਦੇਵ ਸਤਿਗੁਰੂ ਸਾਹਿਬ ਜੀ ਦੀ, ਤਾਂ ਉਹ ਤਸਵੀਰ ਵੇਖ ਕਰਕੇ ਸਾਰੇ ਹੀ ਸਤਿਗੁਰੂ ਸਾਹਿਬ ਜੀ ਦੇ ਗੁਣ ਚੇਤੇ ਆ ਗਏ। ਮੇਰੇ ਗੁਰਦੇਵ ਕਿਸ ਤਰੀਕੇ ਦੇ ਨਾਲ ਆਪ ਸੰਸਾਰ ਨੂੰ ਤਾਰਨਹਾਰੇ ਨੇ, ਆਪ ਤਾਰ ਰਹੇ ਹਨ, ਕਿਵੇਂ ਬਖਸ਼ਿਸ਼ ਕੀਤੀ ਹੋਵੇਗੀ। ਸੋ ਗੁਰਦੇਵ ਜੀ ਦੇ ਤਸਵੀਰ ਵੇਖ ਕਰਕੇ ਜਿਨ੍ਹਾਂ ਦੀ ਭਾਵਨਾ ਹੈ, ਗੁਰਸਿੱਖਾਂ ਦੀ ਤਸਵੀਰ ਵੇਖੀ ਹੈ ਸਤਿਗੁਰੂ ਸਾਹਿਬ ਜੀ ਦੀ ਕਿ ਇੱਕ ਹੱਥ ਵਿੱਚ ਕਿਰਪਾਨ ਪਕੜੀ ਹੋਈ ਹੈ, ਦੂਸਰੀ ਉਂਗਲ ਤਾਂ ਨੂੰ ਖੜੀ ਕੀਤੀ ਹੋਈ। ਗੁਰੂ ਕੇ ਸਿੱਖਾਂ ਨੇ ਉਹ ਸਾਰਾ ਹੀ ਦੀਦਾਰਾ ਆਪਣੀਆਂ ਅੱਖਾਂ ਨਾਲ ਵੇਖ ਲਿਆ, ਕਿਵੇਂ ਸਤਿਗੁਰੂ ਸਾਹਿਬ ਜੀ ਨੇ 5 ਸਿੰਘਾਂ ਦੇ ਸੀਸ ਲੈ ਕਰਕੇ, ਫਿਰ ਖੰਡੇ ਬਾਟੇ ਦੀ ਪੌੜ ਛਕਾ ਕਰਕੇ, ਫਿਰ ਬਚਨ ਕੀਤੇ ਹੋਣਗੇ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਉਹ ਸਾਰਾ ਇਤਿਹਾਸ ਗੁਰਦੇਵ ਜੀ ਦੇ ਪਾਵਨ ਦੀਦਾਰ ਸਮੇਤ ਅੱਖਾਂ ਦੇ ਅੱਗੋਂ ਦੀ ਲੰਘ ਗਿਆ। ਇਹਨਾਂ ਨੂੰ ਕਹਿੰਦੇ ਨੇ ਚਿੱਤਰ ਦਰਸ਼ਨ। ਇੱਕ ਨੇ ਸਾਖਿਆਤ ਦਰਸ਼ਨ, ਬਿਲਕੁਲ ਪ੍ਰਤੱਖ ਹੀ ਸਤਿਗੁਰੂ ਸਾਹਿਬ ਜੀ ਨੇ ਆਣ ਕਰਕੇ ਆਪਣੇ ਦਰਸ਼ਨ ਦੀਦਾਰੇ ਦੇ ਦੇਣੇ। ਸੋ ਜਿਸ ਦਿਹਾੜੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਵਿਆਹ ਪੁਰਬ ਸੀ, ਉਸ ਦਿਨ ਰਾਤ ਨੂੰ ਇੱਕ ਗੁਰਮੁਖ ਪਿਆਰੇ ਨਾਮ ਅਭਿਆਸੀ ਸੱਚਖੰਡ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪ੍ਰੇਮੀ ਗੁਰਮੁਖਾਂ ਦੇ ਨਾਲ ਬਹੁਤ ਵੱਡਾ ਜੀਵਨ ਉਹਨਾਂ ਦਾ ਬਾਣੀ ਬਾਣੇ ਨਾਲ ਜੁੜੇ ਹੋਏ ਹਨ। ਉਹਨਾਂ ਨਾਲ ਸਤਿਗੁਰੂ ਸਾਹਿਬ ਜੀ ਸੁਭਾਵਿਕ ਬਚਨ ਕਰਨ ਲੱਗ ਪਏ। ਕਹਿੰਦੇ ਕਿੱਥੋਂ ਆਏ? ਦਾਸ ਨੇ ਬੇਨਤੀ ਕੀਤੀ ਕਿ ਗੁਰਦੁਆਰਾ ਕੰਧ ਸਾਹਿਬ ਵਿਖੇ ਸਵੇਰ ਦੀ ਹਾਜ਼ਰੀ ਸੀ। ਅੱਛਾ, ਕਹਿੰਦੇ ਫਿਰ ਸਤਿਗੁਰੂ ਸਾਹਿਬ ਜੀ ਦੇ ਬਚਨ ਸੁਣਾਓ। ਗੁਰਦੇਵ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਕਥਾ ਰੂਪ ਵਿੱਚ ਮੈਂ ਆਪਣੇ ਵੱਲੋਂ ਬੜੇ ਚੌੜੇ ਹੋ ਕਰਕੇ ਉਹਨਾਂ ਨੂੰ ਸੁਣਾਉਣ ਲੱਗਾ ਕਿ ਮੇਰੇ ਪਾਸੋਂ ਇਹਨਾਂ ਸਤਿਗੁਰੂ ਸਾਹਿਬ ਜੀ ਦੀ ਕਥਾ ਪੁੱਛੀ। ਸੋ ਸਤਿਗੁਰੂ ਸਾਹਿਬ ਜੀ ਦੀ ਕਥਾ ਸੁਣਦਿਆਂ ਸੁਣਦਿਆਂ ਅੱਖਾਂ ਵਿਰਾਗ ਦਾ ਜਲ ਉਹਨਾਂ ਗੁਰਮੁਖਾਂ ਦੇ ਨੇਤਰਾਂ 'ਚੋਂ ਬਾਹਰ ਨਿਕਲਣ ਲੱਗ ਪਿਆ ਤੇ ਬਚਨ ਸੁਭਾਵਿਕ ਹੀ ਉਹਨਾਂ ਦੀ ਰਸਨਾ ਤੋਂ ਨਿਕਲ ਗਿਆ। ਕਹਿੰਦੇ ਗੁਰਦੇਵ ਸਤਿਗੁਰੂ ਸਾਹਿਬ ਜੀ ਦੇ ਪਾਵਨ ਸਰੀਰ ਤੇ ਕੇਸ ਆਮ ਮਨੁੱਖਾਂ ਨਾਲੋਂ ਕਿਤੇ ਜ਼ਿਆਦਾ। ਕਹਿੰਦੇ ਬਹੁਤ ਸੁੰਦਰ ਸਰੀਰ ਹੈ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ। ਇਹ ਬਚਨ ਕਰਦਿਆਂ ਕਹਿੰਦੇ ਗੁਰਦੇਵ ਜੀ ਨੇ ਹਿਰਦੇ ਵਿੱਚੋਂ ਹੀ ਤੁਹਾਡੀ ਰਸਨਾ ਤੋਂ ਸੁਣ ਕਰਕੇ ਤੇ ਦਰਸ਼ਨ ਦੇ ਦਿੱਤੇ। ਉਹ ਸਾਰਾ ਸਰੂਪ ਸਾਖਿਆਤ ਹੀ ਸਤਿਗੁਰੂ ਸਾਹਿਬ ਜੀ ਆਪਣੇ ਪ੍ਰੇਮੀ ਪਿਆਰਿਆਂ ਨੂੰ ਦਰਸ਼ਨ ਦੇ ਦਿੰਦੇ ਨੇ। ਐਸੇ ਹਨ ਸਤਿਗੁਰੂ ਸਾਹਿਬ, ਇਹਨੂੰ ਕਹਿੰਦੇ ਸਾਖਿਆਤ ਦਰਸ਼ਨ। ਪਰ ਇਹਦੇ ਲਈ ਅਵਸਥਾ ਗੁਰਮੁਖ ਪਿਆਰਿਓ ਨਾਮ ਅਭਿਆਸੀ ਸੱਜਣਾ ਨੂੰ, ਜਿਨ੍ਹਾਂ ਨੇ 5 ਵਿਕਾਰਾਂ ਨੂੰ ਕਾਬੂ ਕੀਤਾ ਹੋਇਆ, ਜਿਹੜੇ ਮਨ ਕਰਕੇ ਟਿਕੇ ਹੋਏ। ਅਜਿਹੇ ਐਸੇ ਦਰਸ਼ਨਾਂ ਦੀ ਗੁਰਦੇਵ ਕਿਰਪਾ ਕਰ ਦੇਣ। ਵੱਡੇ ਮਹਾਂਪੁਰਖਾਂ ਦੀ ਕਥਾ ਵਿੱਚ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਕਥਾ, ਸੁਪਨ ਦਰਸ਼ਨਾਂ ਦੀ ਇੰਨੀ ਮਹਾਨਤਾ ਮਹਾਂਪੁਰਖ ਦੱਸਦੇ ਨੇ। ਕਹਿੰਦੇ ਕਿਤੇ 10 ਪਾਤਸ਼ਾਹੀਆਂ 'ਚੋਂ ਕੋਈ ਸਰੂਪ ਸੁਪਨੇ ਵਿੱਚ ਵੀ ਦਰਸ਼ਨ ਦੇ ਦੇਵੇ ਤੇ ਮਨੁੱਖ ਟੇਢੀਆਂ ਜੂਨਾਂ 'ਚ ਨਹੀਂ ਜਾ ਸਕਦਾ। ਏਡੀ ਵੱਡੇ ਦਰਸ਼ਨਾਂ ਦਾ ਮਹਾਤਮ ਹੈ। ਤੇ ਕਿੰਨੇ ਕਰਮਾਂ ਵਾਲੇ ਹਾਂ ਕਿ 10 ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਨੂੰ ਦਰਸ਼ਨ ਦੀਦਾਰ ਪ੍ਰਤੱਖ ਰੂਪ ਵਿੱਚ ਹੋ ਗਏ। ਕਿੰਨੀ ਵੱਡੀ ਬਖਸ਼ਿਸ਼ ਹੈ ਸਾਡੇ। ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਕਥਾ 'ਚ ਕਿਹਾ ਕਰਦੇ ਸਨ, ਸਿੰਘੋ ਜਦੋਂ ਗੁਰੂ ਕੀ ਹਜ਼ੂਰੀ 'ਚ ਆਵੋ, ਇੱਕ ਛਿਣ ਭਰ ਲਈ ਵੀ ਜਿਹੜੀ ਅੱਖ ਝਮਕਣੀ ਆ ਨਾ, ਇਹ ਸਮਝੋ ਕਿ ਗੁਨਾਹ ਹੋ ਰਿਹਾ, ਗੁਨਾਹ। ਕਹਿੰਦੇ ਭਾਵੇਂ ਸੁਭਾਵਿਕ ਇਹ ਸਰੀਰ ਦਾ ਇਹਦੀ ਕਿਰਿਆ ਹੀ ਇਸ ਤਰੀਕੇ ਦੇ ਨਾਲ ਕਿ ਕੁਝ ਸਮੇਂ ਬਾਅਦ ਇਹ ਪਲਕਾਂ ਆਪਣੇ ਆਪ ਬੰਦ ਹੋ ਜਾਣੀਆਂ ਨੇ, ਪਰ ਇਹ ਮੰਨੋ ਕਿ ਗੁਰਦੇਵ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਵਿੱਚ ਇਹ ਵਿਘਨ ਪੈ ਰਿਹਾ। ਜਿੰਨਾ ਚਿਰ ਗੁਰੂ ਕੀ ਹਾਜ਼ੂਰੀ 'ਚ ਬੈਠੋ, ਰਜ ਰਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰੋ। ਤੇ ਜੇ ਕਿਸੇ ਨੇ ਅੱਖਾਂ ਮੀਟ ਲੈਣੀਆਂ, ਮਹਾਂਪੁਰਖਾਂ ਨੇ ਬੜਾ ਉਹਨੂੰ ਝਿੜਕਣਾ ਕਿ ਗੁਰੂ ਕੀ ਹਜ਼ੂਰੀ 'ਚ ਆਣ ਕੇ ਅੱਖਾਂ ਨਾ ਮੀਟਿਆ। ਜਿਹਨੂੰ ਅੱਖਾਂ ਮੀਟ ਕੇ, ਅੱਖਾਂ ਮੀਟਣ ਦਾ ਕਾਰਨ ਕੀ ਹੈ? ਜਿਹੜੇ ਨਾਮ ਅਭਿਆਸੀ ਗੁਰਮੁਖ ਪਿਆਰੇ ਨੇ ਨਾ, ਜਿਹੜੇ ਸਿਮਰਨ ਭਗਤੀ ਕਰਦੇ ਨੇ, ਉਹ ਅੱਖਾਂ ਮੀਟ ਕਰਕੇ ਆਪਣਾ ਇਸ਼ਟ ਦੇਵ, ਜਿਹੜਾ ਵੀ ਕਿਸੇ ਵੀ ਧਰਮ ਦਾ ਹੋਵੇ, ਜਿਸ ਦੇਵਤੇ ਦੀ, ਜਿਸ ਦੇਵ ਪਰਮੇਸ਼ਰ ਦੀ ਉਹ ਪੂਜਾ ਕਰਦਾ ਹੈ, ਉਹਦੀ ਤਸਵੀਰ ਨੂੰ, ਉਹਦੀ ਉਸ ਮੂਰਤ ਦਾ ਧਿਆਨ ਧਾਰਨ ਕਰਕੇ ਤੇ ਅੱਖਾਂ ਸੰਸਾਰ ਵੱਲੋਂ ਰੋਕਦਾ ਕਿ ਮੈਂ ਸੰਸਾਰ ਨੂੰ ਨਾ ਵੇਖਾਂ। ਹੁਣ ਇੱਥੋਂ ਤ੍ਰਿਕਟੀ ਦੁਆਰਾ ਆਪਣੀਆਂ ਤ੍ਰਿਕਟੀ ਨੂੰ ਵਿੰਨ ਕਰਕੇ ਮੈਂ ਜਿਹੜੇ ਉਸ ਸਰੂਪ ਨੂੰ, ਜਿਹੜੇ ਉਸ ਦੀਦਾਰ ਕਰਾਂ ਅੱਖਾਂ ਅੰਦਰ ਨੂੰ ਸੰਕੋਚ ਕਰਕੇ। ਤੇ ਜੇ ਭਾਈ ਸਤਿਗੁਰੂ ਸਾਹਿਬ ਜੀ ਸਾਹਮਣੇ ਬੈਠੇ ਹੋਣ ਤੇ ਫਿਰ ਅੱਖਾਂ ਮੀਟਣ ਦੀ ਕੀ ਜ਼ਰੂਰਤ ਹੈ? ਸੋ ਮਹਾਰਾਜ ਜੀ
ਪਿਆਸ ਕੀ ਹੈ? ਦਰਸ਼ਨਾਂ ਦੀ ਹੈ। ਜਿਹੜੇ ਉਹ ਆਪ ਜੀ ਦੇ ਪਾਵਨ ਦਰਸ਼ਨ ਦੀਦਾਰ ਹਨ, ਆਪ ਬਖਸ਼ਿਸ਼ ਕਰੋ, ਰਹਿਮਤ ਕਰੋ। ਇਹ ਆਪ ਜੀ ਦੇ ਪਿਆਰੇ ਦਰਸ਼ਨਾਂ ਦਾ ਜਿਹੜਾ ਮੋਹ ਹੈ, ਜਿਹੜਾ ਮੋਹ ਗੁਰਦੇਵ ਸਤਿਗੁਰੂ ਸਾਹਿਬ ਜੀ ਆਪ ਜੀ ਨੂੰ ਲੱਗਾ, ਉਹਦਾ ਕਿਣਕਾ ਭਰ ਵੀ ਸਾਨੂੰ ਲੱਗ ਜਾਏ, ਇੱਕ ਕਿਣਕਾ ਜਿੰਨਾ। ਕਿਉਂਕਿ ਆਪ ਜੀ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਕਿਣਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਣੀ ਨਾ ਹੋਵੇ। ਕਾਰਨ ਕੀ ਹੈ? ਕੀ ਚਾਹੁੰਦਾ ਗੁਰਸਿੱਖਾ? ਕਾਂਖੀ ਇੱਕ ਦਰਸ਼ ਤੁਹਾਰ। ਇੱਕੋ ਹੀ ਅਭਿਲਾਸ਼ਾ ਸਤਿਗੁਰੂ ਸਾਹਿਬ ਜੀ ਆਪ ਜੀ ਦੇ ਦਰਸ਼ਨਾਂ ਦੇ। ਉਹ ਜਿਹੜੇ ਆਪ ਜੀ ਦੇ ਪਾਵਨ ਦੀਦਾਰ ਹਨ, ਜਿਹੜੇ ਦਰਸ਼ਨ ਸਤਿਗੁਰੂ ਸਾਹਿਬ ਜੀ ਆਪ ਜੀ ਦੇ ਕਿੱਡੇ ਮਹਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਦੀਦਾਰ ਹੋਣਗੇ। ਸਾਨੂੰ ਇੱਛਾ ਤੇ ਲੱਗੀ ਹੋਈ ਹੈ, ਪਰ ਪਾਤਸ਼ਾਹ ਜੀ ਕਿੱਡੇ ਨਕਰਮੇ ਹਾਂ, ਆਪ ਜੀ ਦੇ ਪਾਵਨ ਦੀਦਾਰ ਕਰਕੇ ਵੀ ਪਾਤਸ਼ਾਹ ਜੀ ਉਹ ਬਖਸ਼ਿਸ਼ ਨਹੀਂ ਹੋ ਰਹੀ। ਆਪ ਜੀ ਦਾ ਇੱਕ ਝਲਕਾਰਾ ਕੌਡੇ ਰਾਖਸ਼ ਨੂੰ ਪਿਆ ਹੈ, ਕੇਵਲ ਇੱਕ ਝਲਕਾਰਾ ਪਾਤਸ਼ਾਹ, ਇੱਕ ਦਿਹਾੜੇ ਦੇ ਦੀਦਾਰ ਹਨ ਆਪ ਜੀ ਦੇ। ਮਹਾਰਾਜ ਸਾਰੇ ਹੀ ਪਾਪ ਤਿਆਗ ਦਿੱਤੇ। ਗੁਰਦੇਵ ਵੱਡੇ ਚੋਰ ਹਨ ਭੂਮੀਆਂ ਜੀ। ਆਪ ਜੀ ਦੀ ਇੱਕ ਦਿਹਾੜੇ ਦੀ ਸੰਗਤ ਤੇ ਸਾਰਾ ਚੋਰੀ ਵਾਲਾ ਜੀਵਨ ਹੀ ਤਿਆਗ ਦਿੱਤਾ। ਆਪ ਜੀ ਦੇ ਸੰਤ ਮਹਾਤਮਾ ਬਣ। ਮਹਾਰਾਜ ਜੀ ਆਪ ਜੀ ਦੇ ਪਿਆਰਿਆਂ ਦੇ ਦਰਸ਼ਨ ਹੋਏ ਨੇ ਸਾਹਿਬ ਬਾਬਾ ਬਿਧੀ ਚੰਦ ਜੀ ਨੂੰ। ਜੀਵਨ ਚੋਰੀ ਵਾਲਾ ਹੈ। ਆਪ ਜੀ ਦੇ ਪਿਆਰੇ ਮਹਾਤਮਾ ਨਾਲ ਮਿਲ ਕਰਕੇ ਕੇਵਲ ਚੋਰੀ ਨਹੀਂ ਤਿਆਗੀ, ਮਹਾਰਾਜ ਜੀ ਆਪ ਜੀ ਦੇ ਹਿਰਦੇ ਬਣ ਕਰਕੇ ਬੈਠ ਗਏ। ਆਪ ਜੀ ਨੇ ਬਚਨ ਕੀਤੇ, ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਤੁਹਾਡੇ ਸੀਨੇ ਹਿਰਦੇ ਬਣ ਗਏ ਪਾਤਸ਼ਾਹ ਜੀ। ਉਹ ਜਿਹੜੇ ਆਪ ਜੀ ਦੇ ਦੀਦਾਰ ਹਨ, ਆਪ ਹਰ ਰੋਜ਼ ਦਰਸ਼ਨ ਦਿੰਦੇ ਹੋ, ਬਖਸ਼ਿਸ਼ ਕਰਦੇ ਜੇ ਸਾਡੇ ਤੇ ਪਾਤਸ਼ਾਹ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਜਿਹੜੇ ਆਪ ਜੀ ਨੇ ਦਰਸ਼ਨ ਦੀਦਾਰ, ਜਿਹੜੇ ਉਹਨਾਂ ਦੇ ਹਿਰਦਿਆਂ ਨੂੰ ਖਿੱਚ ਪਾਈ ਹੈ ਪਾਤਸ਼ਾਹ ਜੀ। ਆਪ ਜੀ ਦੇ ਖਿਣ ਭਰ ਦੇ ਦਰਸ਼ਨ ਕੁਝ ਸਮੇਂ ਲਈ ਆਪ ਜੀ ਸੰਸਾਰ ਦੇ ਜੀਵਾਂ ਦਾ ਆਧਾਰ ਕਰਦੇ ਕਰਦੇ ਕਿਰਪਾਲੂ ਜੀ ਆਪ ਜੀ ਨੇ ਬਖਸ਼ਿਸ਼ ਦੇ ਘਰ ਵਿੱਚ ਆਣ ਕਰਕੇ ਇੱਕ ਕੋੜੀ ਦੀ ਕੁਟੀਆ ਵਿੱਚ ਜਾ ਕਰਕੇ ਆਸਣ ਕਰ ਲਿਆ ਹੈ। ਗੁਰਦੇਵ ਤੁਹਾਡੇ ਇੱਕ ਦੀਦਾਰ, ਇੱਕ ਝਲਕਾਰੇ ਨੇ ਉਹਦੀ ਕੋੜ ਦੀ ਪੀੜਾ ਹਟਾ ਦਿੱਤੀ ਪਾਤਸ਼ਾਹ। ਸਾਨੂੰ ਵੀ ਵਿਕਾਰਾਂ ਰੂਪੀ ਕੋੜ ਲੱਗਾ ਹੋਇਆ। ਅਸੀਂ ਇਹ ਬੇਨਤੀਆਂ ਕਿਉਂ ਕਰਦੇ ਪਾਤਸ਼ਾਹ ਜੀ? ਜਿਹੜਾ ਵਿਕਾਰਾਂ ਰੂਪੀ ਕੋੜ ਹੈ, ਉਹਦੇ ਜ਼ਖਮਾਂ ਚੋਂ ਤੇ ਹੋ ਸਕਦਾ ਕਦੀ ਪੀੜ ਹੋਣੀ ਹਟ ਜਾਂਦੀ ਹੋਵੇ, ਪਰ ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਨਾ, ਇਹ ਹਰ ਸਮੇਂ ਸਾਡੇ ਸਰੀਰ ਨੂੰ ਪੀੜਾ ਦੇ ਰਹੇ ਨੇ। ਕਦੀ ਪਾਤਸ਼ਾਹ ਲੋਭ ਦੇ ਮਾਰੇ ਕੜ ਰਹੇ ਆ, ਇੰਨੀ ਪੀੜ ਦਿੰਦਾ ਹੈ, ਇੰਨੀ ਵੱਡੀ ਪੀੜ ਹੈ। ਜੇ ਗਵਾਂਢੀਆਂ ਦੇ ਘਰ ਕੁਝ ਵੀ ਚੰਗਾ ਆ ਜਾਵੇ ਤੇ ਪਾਤਸ਼ਾਹ ਮੈਨੂੰ ਸੂਲ ਹੁੰਦੀ। ਜੇ ਮੇਰਾ ਕੁਝ ਗਵਾਚ ਜਾਵੇ ਗੁਰਦੇਵ, ਮੈਨੂੰ ਤਾਂ ਵੀ ਪੀੜ। ਇੱਥੋਂ ਤੱਕ ਪਾਤਸ਼ਾਹ ਇੰਨਾ ਲੋਭ, ਇੰਨੀ ਕਾਮ ਵਾਸ਼ਨਾ ਵੱਧ ਗਈ ਹੈ। ਪਰਾਏ ਘਰ ਵਿੱਚ ਚੰਗਾ ਤਣ ਵੇਖ ਕਰਕੇ ਵੀ ਮੈਂ ਅਰਖਾਲੂ ਹੋ ਕਰਕੇ ਤੇ ਅਨਾਬ ਸ਼ਨਾਬ ਬੋਲਦਾ ਪਾਤਸ਼ਾਹ। ਇਹ ਪੀੜਾ ਨਹੀਂ, ਹਰ ਸਮੇਂ ਇਹ ਜਿਹੜੀ ਗੰਦਗੀ ਰੂਪੀ ਪਾਕ ਜਿਵੇਂ ਕੋੜੀ ਦੇ ਜ਼ਖਮਾਂ ਚੋਂ ਵਗਦੀ ਹੈ ਪਾਤਸ਼ਾਹ, ਮੇਰੀ ਜ਼ਬਾਨ ਚੋਂ ਲਾਲਾਂ ਡਿੱਗਣੀਆਂ, ਦੂਸਰਿਆਂ ਦਾ ਧਨ ਵੇਖ ਕਰਕੇ, ਦੂਸਰੇ ਦਾ ਤਨ ਵੇਖ ਕਰਕੇ ਲਾਲਾਂ ਡਿੱਗਣੀਆਂ। ਇਹ ਪਾਕ ਮੂੰਹ ਰਾਹੀਂ ਮੇਰੇ ਵਗ ਰਹੀ ਹੈ, ਮੈਂ ਕੀ ਕਰਾਂ? ਗੁਰਦੇਵ ਸਤਿਗੁਰੂ ਸਾਹਿਬ ਜੀ ਇੰਨਾ ਜ਼ਿਆਦਾ ਕੰਨ ਰਸ ਬਣ ਗਿਆ ਹੈ, ਜਿੰਨਾ ਚਿਰ ਚੁਗਲੀ ਨਿੰਦਿਆ ਸੁਣ ਨਹੀਂ ਲੈਂਦਾ ਕੰਨਾਂ ਨਾਲ, ਦੂਸਰੇ ਦੇ ਔਗਣ ਸੁਣ ਨਹੀਂ ਲੈਂਦਾ, ਮੇਰੇ ਕਾਲਜੇ ਠੰਡ ਹੀ ਨਹੀਂ ਪੈਂਦੀ, ਨਹੀਂ ਤੇ ਕਾਲਜਾ ਸੜਦਾ ਹੀ ਰਹਿੰਦਾ। ਜਿੰਨਾ ਚਿਰ ਕੋਈ ਨਵਾਂ ਲਫ਼ਜ਼ ਸੁਣ ਨਾ ਲਵਾਂ। ਸੁਭਾਅ ਕੀ ਬਣ ਗਿਆ ਹੈ? ਸਾਰਾ ਕੁਝ ਜਾਣਦਿਆਂ ਹੋਇਆਂ ਵੀ ਲੋਕਾਂ ਨੂੰ ਪੁੱਛਦਾ ਫਿਰਦਾ, ਭਾਊ ਪਤਾ ਲੱਗਾ ਹੀ ਫਲਾਣੇ ਦੇ ਘਰ ਕੀ ਹੋਇਆ। ਜੇ ਅਗਲੇ ਨੂੰ ਨਾ ਦੱਸਿਆ ਜਾਵੇ ਤੇ ਫਿਰ ਜ਼ਬਾਨ ਦੁਆਰਾ ਦੱਸ ਕੇ ਮੈਨੂੰ ਠੰਡ ਪੈਂਦੀ ਨਹੀਂ ਤੇ ਪੈਂਦੀ ਨਹੀਂ, ਸੜਦਾ ਹੀ ਰਹਿਣਾ। ਜੇ ਨਾ ਬੋਲਾਂ ਨਾ ਸੁਣਾ ਤਾਂ ਵੀ ਸਾੜਾ ਪਿਆ ਹੋਇਆ। ਇਸ ਕਰਕੇ ਸਤਿਗੁਰੂ ਸਾਹਿਬ ਜੀ ਤਾਂ ਕਰਕੇ ਜਦੋਂ ਇਹ ਆਪ ਜੀ ਦੀ ਸੋਭਾ ਸੁਣੀ, ਆਪ ਜੀ ਦੇ ਦੀਦਾਰਿਆਂ ਨਾਲ ਕੋੜੀ ਠੀਕ ਹੋ ਗਏ, ਚੋਰ ਸੁਧਰ ਗਏ ਸਤਿਗੁਰੂ ਸਾਹਿਬ ਜੀ, ਰਾਖਸ਼ਾਂ ਨੇ ਆਪਣਾ ਜੀਵਨ ਬਦਲ ਦਿੱਤਾ। ਗੁਰਦੇਵ ਆਪ ਜੀ ਦੇ ਇੱਕ ਦਿਨ ਦੇ ਦੀਦਾਰ। ਗੁਰਸਿੱਖਾ ਤੂੰ ਇਹ ਬੇਨਤੀ ਕਿਉਂ ਕਰਦਾ? ਇਹ ਦਰਸ਼ਨਾਂ ਦੀ ਪਿਆਸ ਲੱਗੀ ਕਿਉਂ ਹੈ? ਪਾਤਸ਼ਾਹ ਜੀ ਮੈਂ ਆਪ ਜੀ ਦਾ ਇਤਿਹਾਸ ਪੜ੍ਹਿਆ, ਗੁਰਦੇਵ ਇੰਨੀ ਹਿਰਦੇ ਨੂੰ ਠੰਡ ਪਈ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪ ਜੀ ਸੰਗਲਾ ਦੀਪ ਪਹੁੰਚੇ। ਸੰਗਲਾ ਦੀਪ ਦੀਆਂ ਡਿੱਗੇ ਹੋਏ ਜੀਵਨ ਵਾਲੀਆਂ ਬੀਬੀਆਂ ਰਾਜੇ ਸ਼ਿਵਨਾਭ ਨੇ ਤੁਹਾਡੇ ਪਾਸ ਪਹੁੰਚਾਈਆਂ। ਆਪ ਜੀ ਦੇ ਦੀਦਾਰ ਦਾ ਕਿੰਨਾ ਵੱਡਾ ਮਹਾਤਮ, ਆਪ ਜੀ ਦਾ ਕਿੱਡਾ ਵੱਡਾ ਗੁਣ ਹੋਵੇਗਾ। ਗੁਰਦੇਵ ਸਤਿਗੁਰੂ ਸਾਹਿਬ ਜੀ ਆਪ ਜੀ ਦੇ ਇੱਕ ਦਰਸ਼ਨਾਂ ਨੇ ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਦੇ ਦਿੱਤੀ। ਮੇਰੇ ਤੇ ਵੀ ਕਿਰਪਾ ਕਰੋ, ਐਸੀ ਪਿਆਸ
ਮੇਰੇ ਹਿਰਦੇ ਵਿੱਚ ਵੀ ਲੱਗੀ ਹੋਈ ਹੈ ਜੀ। ਆਣ ਮਿਲਾਵੇ ਮਾਏ, ਕੋਈ ਐਸਾ ਦੱਸੋ ਜਿਹੜਾ ਆਣ ਕਰਕੇ ਮੈਨੂੰ ਮਿਲਾਉਣਾ ਕਰੇ ਜੀ। ਸੰਤ ਸਹਾਈ ਪ੍ਰੇਮ ਕੇ, ਸੋ ਭਾਈ ਸੰਤ ਜਿਹੜੇ ਮਹਾਤਮਾ ਨੇ ਨਾ, ਉਹ ਪ੍ਰੇਮ ਨੂੰ ਪੈਦਾ ਕਰਨ ਦੇ ਸਹਾਈ। ਮਹਾਰਾਜ ਜੀ ਬਚਨ ਕਰਨਗੇ, ਗੁਰਸਿੱਖਾ ਹਿਰਦੇ 'ਚ ਪ੍ਰੇਮ ਪੈਦਾ ਕਰ, ਤਾਂ ਕਰਕੇ ਇਹ ਜਿਹੜੇ ਦਰਸ਼ਨ ਹਨ ਤੈਨੂੰ ਵੀ ਪ੍ਰਾਪਤ ਹੋ ਜਾਣਗੇ ਜਿਹੜੇ ਉਹਨਾਂ ਨੂੰ ਹੋਏ। ਮਹਾਰਾਜ ਪ੍ਰੇਮ ਕਿਵੇਂ ਪੈਦਾ ਹੁੰਦਾ ਹੈ? ਮੈਂ ਅਲਪੱਗ ਹਾਂ, ਮੈਨੂੰ ਨਹੀਂ ਪਤਾ ਇਹ ਪ੍ਰੇਮ ਭਲਾ ਕਿੱਥੇ ਵਿਕਦਾ। ਮੈਂ ਹੁਣ ਅਮੀਰ ਸਿੱਖ ਹਾਂ ਜੀ, ਅਮੀਰ। ਉਹ ਪੁਰਾਣੀਆਂ ਗੱਲਾਂ ਗਈਆਂ ਸਤਿਗੁਰੂ ਸਾਹਿਬ ਜੀ, ਮੈਂ ਪੜ੍ਹਿਆ ਹੈ ਤੁਹਾਡੇ ਸਿੱਖਾਂ ਦਾ ਇਤਿਹਾਸ। ਉਦੋਂ ਤੁਹਾਡੇ ਸਿੱਖਾਂ ਦੇ ਕੋਲ ਮਹਾਰਾਜ ਚੰਗੇ ਪਾਉਣ ਲਈ ਵਸਤਰ ਨਹੀਂ ਸਨ। ਮੈਂ ਇੱਥੋਂ ਤੱਕ ਸੁਣਿਆ ਹੈ ਕਈ ਸਿੰਘਾਂ ਦੇ ਪਾਸ ਜਦੋਂ ਜੰਗਲਾਂ 'ਚ ਰਹਿੰਦੇ ਸਨ, ਕਈ ਲੰਮਾ ਸਮਾਂ ਉਹਨਾਂ ਦੇ ਗਾਤਰੇ ਜਿਹੜੇ ਨੇ ਉਹ ਟੁੱਟੇ ਰਹਿੰਦੇ ਸਨ ਤੇ ਟਾਕੀਆਂ ਗੰਢ ਕੇ ਉਹ ਗੁਜ਼ਾਰਾ ਕਰਦੇ ਸਨ। ਇੱਕ ਕਛਹਿਰੇ ਨਾਲ ਵੀ ਆਪਣੇ ਜੀਵਨ ਦਾ ਨਿਰਵਾਹ ਉਹਨਾਂ ਗੁਰਸਿੱਖਾਂ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ। ਮਹਾਰਾਜ ਪਰ ਹੁਣ ਮੈਂ ਅਮੀਰ ਸਿੱਖ ਹਾਂ, ਕੋਈ ਹੈ ਥਾਂ, ਕੋਈ ਟਿਕਾਣਾ ਜਿੱਥੋਂ ਇਹ ਪ੍ਰੇਮ ਮੁੱਲ ਮਿਲਦਾ ਹੋਵੇ? ਮਹਾਰਾਜ ਕਹਿਣ ਲੱਗੇ, ਨਹੀਂ ਭਾਈ, ਇਹ ਮੁੱਲ ਨਹੀਂ ਮਿਲ ਸਕਦਾ। ਇਹ ਮਹਾਤਮਾ ਪਰਮੇਸ਼ਰ ਦੇ ਪਿਆਰਿਆਂ ਦੇ ਪਾਸ ਜਾਣਾ ਪਵੇਗਾ। ਕੌਣ ਜੀ? ਸੰਤ ਸਹਾਈ ਪ੍ਰੇਮ ਕੇ। ਸੰਤ ਹਨ, ਗੁਰੂ ਕੀ ਪਿਆਰੀ ਸਾਧ ਸੰਗਤ ਹੈ ਜਿਹੜੀ ਸਹਾਇਤਾ ਕਰ ਸਕਦੀ ਪ੍ਰੇਮ ਲਾਉਣ ਵਾਸਤੇ। ਪ੍ਰੇਮ ਸੰਗਤ ਵਿੱਚ ਜਾ ਕੇ ਪੈਦਾ ਹੋ ਸਕਦਾ, ਵਰਨਾ ਹੋ ਹੀ ਨਹੀਂ ਸਕਦਾ। ਜਿੰਨੇ ਮਰਜ਼ੀ ਵੀ ਸਾਧਨ ਕਰ ਲਵੋ, ਜਿੰਨੇ ਮਰਜ਼ੀ ਵੀ ਤਰੀਕੇ ਅਪਣਾ ਲਵੋ, ਭਾਈ ਜੇ ਸੰਗਤ ਵਿੱਚ ਨਹੀਂ ਹਾਂ ਤੇ ਪ੍ਰੇਮ ਪੈਦਾ ਨਹੀਂ ਹੋ। ਜਿਵੇਂ ਕਿ ਜਿਹੜਾ ਤਲਾਬ ਦੇ ਕੰਢੇ ਜਾਂ ਪਾਣੀ ਦੇ ਕੰਢੇ ਰੁੱਖ ਹੈ ਨਾ, ਗੁਰਸਿੱਖੋ ਉਹਨੂੰ ਬਾਹਰੋਂ ਪਾਣੀ ਪਾਉਣ ਦੀ ਲੋੜ ਨਹੀਂ ਗੀ, ਪਰ ਵਰਖਾ ਦੀ ਉਹਨੂੰ ਵੀ ਜ਼ਰੂਰਤ ਹੈ। ਜੇ ਵਰਖਾ ਨਾ ਪਈ ਤੇ ਗਰਦਾ ਵੀ ਜੰਮ ਜਾਣਾ ਤੇ ਜਾਲਾ ਵੀ ਜੰਮ ਜਾਣਾ, ਪੱਤੇ ਕਰੂਪ ਹੋ ਜਾਣ। ਜਦੋਂ ਮੀਂਹ ਪਵੇਗਾ ਫੇਰ ਹੀ ਥੱਲਿਓਂ ਸੁੰਦਰ ਸਰੂਪ ਨਿਕਲਣਾ। ਐਵੇਂ ਹੀ ਜਿਹੜਾ ਸੰਗਤ ਵਿੱਚ ਆਵੇਗਾ ਉਹਦੇ ਤੇ ਵਿਕਾਰਾਂ ਰੂਪੀ ਗਰਦਾ ਨਹੀਂ ਚੜਨਾ। ਆ ਜਿਹੜੇ ਕਈ ਮੇਰੇ ਵਰਗੇ ਭੁੱਲੜ ਚਾਰਕ ਦਿਹਾੜੇ ਘਰ ਨਿਤਨੇਮ ਦੀ ਲਾਗ ਲੱਗ ਜੇ, ਕਹਿੰਦੇ ਭਾਊ ਜੀ ਸਾਡਾ ਘਰ ਹੀ ਗੁਰਦੁਆਰਾ ਹੈ, ਗੁਰਦੁਆਰੇ ਤੇ ਝਗੜੇ ਬੜੇ ਨੇ, ਅਸੀਂ ਤੇ ਹੁਣ ਜਾਣਾ ਹੀ ਛੱਡ ਦਿੱਤਾ। ਗੁਰਸਿੱਖਾ ਤੇਰਾ ਸੁਭਾਅ ਹੀ ਇਹੋ ਜਿਹਾ ਬਣਿਆ ਹੋਇਆ ਸੀ, ਤੂੰ ਵੇਖਣ ਹੀ ਝਗੜੇ ਜਾਂਦਾ ਸੀ, ਕਿਉਂਕਿ ਕਣ ਰਸ ਬਣਿਆ ਹੋਇਆ ਸੀ। ਜਿਹੜਾ ਨਾਮ ਸਿਮਰਨ ਭਗਤੀ ਕਰਨ ਵਾਸਤੇ ਆਇਆ ਗੁਰੂ ਕੀ ਹਜ਼ੂਰੀ 'ਚ, ਉਹਨੂੰ ਝਗੜੇ ਸੁਣਦੇ ਹੀ ਨਹੀਂ ਗੁਰਸਿੱਖੋ। ਤੁਸੀਂ ਇਹੋ ਜਿਹੇ ਗੁਰਸਿੱਖ ਵੇਖੋਗੇ ਇਸ ਨਗਰ ਵਿੱਚ ਹੋਣਗੇ, ਹਰ ਇੱਕ ਨਗਰ 'ਚ ਹੋਣਗੇ, ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਕੋਈ ਕੀ ਕਰ ਰਿਹਾ ਹੈ। ਉਹਨਾਂ ਆਪਣੇ ਨੇਮ ਅਨੁਸਾਰ ਆਣ ਕਰਕੇ ਚੌਰ ਸਾਹਿਬ ਦੀ ਸੇਵਾ ਕਰਨੀ, ਚੌਰ ਸਾਹਿਬ ਦੀ ਕੀਤੀ, ਜੋੜੇ ਝਾੜਨ ਦੀ ਸੇਵਾ ਕਰਨੀ, ਜੋੜੇ ਝਾੜਨ ਦੀ ਕੀਤੀ, ਗੁਰੂ ਕੇ ਦਰਸ਼ਨ ਦੀਦਾਰ ਕਰਦਿਆਂ ਗੁਰਬਾਣੀ ਪੜ੍ਹਨੀ, ਆਪਣੀ ਬਾਣੀ ਪੜ੍ਹੀ ਤੇ ਘਰ ਨੂੰ ਚਲ ਗਏ। ਪੁੱਛਿਆ ਹੀ ਨਹੀਂ ਭਾਊ ਕੀ ਕਰਦੇ ਜੇ ਤੇ ਕੀ ਨਹੀਂ ਕਰਦੇ। ਉਹਨਾਂ ਨੂੰ ਹੋਰ ਕਿਸੇ ਗੱਲ ਨਾਲ ਮਤਲਬ ਹੀ ਕੋਈ ਨਹੀਂਗਾ, ਕੇਵਲ ਤੇ ਕੇਵਲ ਗੁਰੂ ਕੇ ਦਰਸ਼ਨਾਂ ਨਾਲ ਮਤਲਬ ਹੈ। ਤੇ ਜਦੋਂ ਸੰਗਤ ਵਿੱਚ ਆਣ ਕਰਕੇ ਅਜਿਹੇ ਗੁਰਮੁਖਾਂ ਦੇ ਦਰਸ਼ਨ ਕਰਾਂਗੇ ਮਿੱਤਰੋ, ਸਭ ਕੁਝ ਹੋ ਸਕਦਾ ਹੈ, ਪਰ ਜਿਹੜਾ ਇਕੱਲਾ ਬੈਠਾ ਭਗਤੀ ਬੰਦਗੀ ਕਰਦਾ ਉਹਦਾ ਮਾਣ ਨਹੀਂ ਜੇ, ਹੰਕਾਰ ਨਹੀਂ ਟੁੱਟ ਸਕਦਾ ਕਿਸੇ ਵੀ ਤਰੀਕੇ ਦੇ ਨਾਲ। ਜਿੰਨੇ ਮਰਜ਼ੀ ਵੀ ਯਤਨ ਕਰ ਲਏ, ਹੰਕਾਰ ਨਹੀਂ ਟੁੱਟ ਸਕਦਾ। ਸਭ ਨਾਲੋਂ ਵੱਡਾ ਹੰਕਾਰ ਤੇ ਉਸੇ ਦਿਨ ਹੀ ਵੱਜ ਗਿਆ ਨਾ, ਮੈਂ ਲੋਕਾਂ ਨਾਲੋਂ ਵੱਖਰਾ ਹੋ ਕੇ ਬੰਦਗੀ ਕਰਦਾ, ਮੈਂ ਕਿਸੇ ਨੂੰ ਦੱਸਦਾ ਨਹੀਂ ਜੀ ਮੈਂ ਕਿੰਨੇ ਪਾਠ ਕਰਦਾ। ਤੇ ਗੁਰਮੁਖ ਪਿਆਰੇ, ਇਸੇ ਤਰੀਕੇ ਨਾਲ ਸਤ ਸੰਗਤ ਚੋਂ ਕੀ ਪ੍ਰਾਪਤ ਹੁੰਦਾ? ਸਤ ਸੰਗਤ ਹੈ ਕਿ ਇੱਕ ਦਿਨ ਗੁਰਮੁਖ ਜਣਾ ਦੇ ਪਾਸੋਂ ਪੁੱਛਿਆ, ਇੱਕ ਸਿੰਘ ਨੇ ਆਣ ਕੇ ਬੇਨਤੀ ਕੀਤੀ, ਜਥੇ ਦੇ ਸਾਰੇ ਸਿੰਘ ਬੈਠੇ ਸਨ, ਵਿਦਵਾਨ ਗੁਰਮੁਖ ਹੋਰ ਵੀ ਬੈਠੇ ਸਨ। ਕਹਿੰਦੇ ਜੀ ਜਿੰਨੀ ਬਾਣੀ ਪੜ੍ਹੀ ਆ ਸੰਗਤ ਨੂੰ ਦੱਸ ਦੇਣੀ ਚਾਹੀਦੀ ਜਾਂ ਨਹੀਂ ਦੱਸਣੀ ਚਾਹੀਦੀ? ਤੇ ਇੱਕ ਗੁਰਮੁਖ ਪਿਆਰੇ ਸਨ ਅਭਿਆਸੀ ਸਿੰਘ, ਉਹ ਹੱਸ ਪਏ, ਕਹਿਣ ਲੱਗੇ ਜੀ ਕਾਰਨ ਕੀ? ਕਹਿੰਦੇ ਕਿਉਂ ਪੁੱਛਦੇ ਹੋ ਸਿੰਘੋ? ਕਹਿੰਦੇ ਜੀ ਜਦੋਂ ਕਿਸੇ ਨੂੰ ਦੱਸੀਦਾ ਹੈ ਤੇ ਹੰਕਾਰ ਬੜਾ ਆਉਂਦਾ ਹੈ। ਕਹਿੰਦੇ ਜਿਹੜਾ ਨਹੀਂ ਦੱਸਦਾ ਉਹ ਹੰਕਾਰ ਤੋਂ ਰਹਿਤ ਹੈ। ਇੱਕ ਨਹੀਂ ਦੱਸ ਰਿਹਾ, ਉਹ ਇਹ ਹੰਕਾਰ ਕਰਕੇ ਬੈਠਾ ਮੈਂ ਕਿਸੇ ਨੂੰ ਨਹੀਂ ਦੱਸਦਾ, ਦੂਜਾ ਦੱਸ ਕੇ ਕਰੀ ਜਾਂਦਾ। ਕਹਿੰਦੇ ਹੰਕਾਰ ਤੋਂ ਭਿੰਨ ਕੋਈ, ਫਿਰ ਹੰਕਾਰ ਕਿਵੇਂ ਦੂਰ ਹੋਵੇਗਾ? ਕਹਿੰਦੇ ਗੁਰੂ ਕੀ ਸੰਗਤ 'ਚ ਰਿਹਾ ਕਰੋ। ਜਦੋਂ ਆਪਣੇ ਨਾਲੋਂ ਵੱਡਾ ਦਿਸ ਪਿਆ ਨਾ, ਫਿਰ ਸੁਭਾਵਕ ਹੀ ਜ਼ਬਾਨ ਤੋਂ ਨਿਕਲ ਆਉਣਾ ਹੈ, ਇੱਕ ਦੂ ਇੱਕ ਚੜ੍ਹੰਦੀਆਂ ਕੌਣ ਜਾਣੇ ਮੇਰਾ ਨਾਉ ਜੀ। ਮਹਾਰਾਜ ਇੱਥੇ ਇੱਕ ਤੋਂ ਇੱਕ ਚੜ੍ਹਦਾ ਹੈ, ਇੱਥੇ ਪਰੇ ਤੋਂ ਪਰੇ ਪਏ ਹੋਏ ਹਨ, ਫਿਰ ਤੇ ਆਪਣੇ ਆਪ ਹੀ ਜ਼ਬਾਨ ਤੋਂ ਨਿਕਲ ਆਉਂਦਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ।
ਅਸੀਂ ਭਾਈ ਅਸੀਂ ਨਹੀਂ ਚੰਗੇ, ਬਾਕੀ ਸਾਰੇ ਹੀ ਚੰਗੇ ਨੇ, ਸਾਡੇ ਨਾਲੋਂ ਬੁਰਾ ਕੋਈ ਹੋਰ ਹੋ ਹੀ ਨਹੀਂ ਸਕਦਾ, ਮੈਂ ਸਾਰਿਆਂ ਨਾਲੋਂ ਬੁਰਾ। ਪਰ ਇਹ ਅਵਸਥਾ ਕਦੋਂ ਪ੍ਰਾਪਤ ਹੋਈ? ਜਦੋਂ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਗਏ, ਉਹਨਾਂ ਦੀ ਸੰਗਤ ਵਿੱਚ ਜਾ ਕਰਕੇ ਇਹ ਅਵਸਥਾ ਪ੍ਰਾਪਤ ਹੋਈ ਹੈ। ਸੰਤ ਕੀ ਦੱਸਦੇ ਨੇ? ਜਿਵੇਂ ਭਗਤ ਨਾਮਦੇਵ ਜੀ ਦੀ ਛੰਨ ਵੱਜਣ ਤੋਂ ਬਾਅਦ ਮਾਈ ਨੇ ਪੁੱਛਿਆ ਸੀ ਨਾ ਕਿ ਮੈਂ ਵੀ ਮਜ਼ਦੂਰੀ ਦੇ ਦੇਣੀ ਹੈ, ਮੈਨੂੰ ਦੱਸ ਤੇ ਸਹੀ ਮਿਸਤਰੀ ਆਉਂਦਾ ਕਿੱਥੋਂ? ਤੋਪੈ ਦੁਗਣੀ ਮਜ਼ਦੂਰੀ ਦੇ ਹੋ, ਬੇਡੀ ਦੇਹੋ ਬਤਾਈ ਹੋ। ਤੇ ਭਗਤ ਨਾਮਦੇਵ ਜੀ ਨੇ ਬਚਨ ਕੀਤੇ ਸਨ ਨਾ, ਬੇਡੀ ਪ੍ਰੇਮ ਮਜ਼ਦੂਰੀ ਮੰਗੇ। ਕਰਮਾਂ ਵਾਲੀਏ ਮਾਈਏ, ਜਿਹੜਾ ਉਹਦਾ ਬੇਡੀ ਹੈ ਨਾ, ਸੰਤ ਸਹਾਈ ਪ੍ਰੇਮ ਕੇ, ਉਹ ਜਿਹੜਾ ਮਿਸਤਰੀ ਆ ਨਾ, ਉਹ ਪ੍ਰੇਮ ਦੀ ਮਜ਼ਦੂਰੀ ਮੰਗਦਾ, ਦੂਸਰੀ ਮਜ਼ਦੂਰੀ ਲੈਂਦਾ ਹੀ ਕੋਈ ਨਹੀਂ। ਉਹ ਪ੍ਰੇਮ ਰੂਪੀ ਜਿਹੜੇ ਦਮੜੇ ਨੇ ਨਾ, ਜਿਵੇਂ ਪ੍ਰੇਮ ਪੈਦਾ ਹੋਵੇ। ਅਨੇਕਾਂ ਸਤਿਗੁਰੂ ਸਾਹਿਬ ਜੀ ਦੇ ਗੁਣ ਦੱਸਣੇ, ਪ੍ਰੇਮ ਕਿਵੇਂ ਪੈਦਾ ਹੋਵੇਗਾ। ਪਦਾਰਥਾਕਾਰ ਬਿਰਤੀ ਹੈ। ਮਨੁੱਖ ਪਦਾਰਥਵਾਦੀ ਹੋ ਕਰਕੇ ਸੰਗਤ 'ਚ ਆਉਣਾ ਆਰੰਭ ਹੁੰਦਾ। ਪਹਿਲੀ ਅਵਸਥਾ ਕੀ ਹੈ ਕਿ ਪਦਾਰਥਾਂ ਦੀ ਪ੍ਰਾਪਤੀ ਹੋਵੇ। ਤੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਕੀ ਕਰਦੇ ਨੇ? ਕਹਿੰਦੇ ਭਾਈ ਜਾਂ ਸਾਧੂਆਂ ਮਹਾਤਮਾ ਦੀ ਸੰਗਤ 'ਚ ਜਾਇਆ ਕਰ। ਅੱਛਾ ਗੁਰਸਿੱਖੋ, ਉੱਥੇ ਕੀ ਮਿਲੇਗਾ? ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲੱਗ। ਜਿਹਨੂੰ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਪਦਾਰਥ ਚਾਹੀਦੇ ਨੇ ਨਾ ਗੁਰਸਿੱਖਾ, ਘਰ 'ਚ ਟੋਟਾ ਕੋਈ ਨਾ ਆਵੇ। ਜਾਂ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਵਿੱਚ ਜਾ ਕੇ ਜੁੜ ਜਾ, ਤੇਰੇ ਘਰ ਕੋਈ ਟੋਟਾ ਨਹੀਂ ਰਹੇਗਾ। ਤੇ ਆਮ ਸੁਭਾਵ ਕਿ ਇਹ ਸਾਰਿਆਂ ਨੂੰ ਹੀ ਸੰਗਤ ਵਿੱਚੋਂ ਇਹ ਪ੍ਰਾਪਤ ਹੁੰਦਾ ਹੈ। ਜਿਹੜਾ ਸੰਗਤ 'ਚ ਆਉਣਾ ਸ਼ੁਰੂ ਹੋ ਗਿਆ, ਆਪਾਂ ਕਹਿੰਦੇ ਹਾਂ ਬਾਬਾ ਜੀ ਇਹ ਗੁਰਸਿੱਖ ਬੜਾ ਗਰੀਬ ਸੀ, ਜਦੋਂ ਦਾ ਸੰਗਤ 'ਚ ਆਉਣਾ ਆਰੰਭ ਹੋਇਆ ਮਹਾਰਾਜ ਨੇ ਆਲ ਬੁਖਾਰ ਹੀ ਭਰ ਦਿੱਤੇ। ਹੁਣ ਕੋਈ ਟੋਟਾ ਨਹੀਂ ਗਾ। ਦੋਵੇਂ ਕਾਕੇ ਸੀ, ਉਹ ਵੀ ਬਾਹਰ ਚਲੇ ਗਏ, ਸਭ ਕੁਝ ਬਣ ਗਿਆ ਹੁਣ, ਤੇ ਬੜੀ ਬਖਸ਼ਿਸ਼ ਹੈ। ਪਰ ਜੇ ਸਤਿਗੁਰੂ ਸਾਹਿਬ ਜੀ ਕਿਰਪਾ ਕਰ ਦੇਣ, ਰਹਿਮਤ ਕਰ ਦੇਣ, ਇਸ ਤੋਂ ਅਗਲੀ ਅਵਸਥਾ ਬਣ ਜਾਵੇ, ਪਦਾਰਥਾਕਾਰ ਬਿਰਤੀ ਤੋਂ ਉੱਪਰ ਉੱਠ ਜਾਵੇ ਗੁਰੂ ਕਾ ਸਿੱਖ, ਪ੍ਰੇਮ ਦੀ ਅਵਸਥਾ, ਵਿਰਾਗ ਪੈਦਾ ਹੋ ਜਾਵੇ ਗੁਰੂ ਕੇ ਚਰਨਾਂ ਦਾ, ਤੇ ਉਹ ਹੱਥ ਜੋੜ ਕੇ ਆਖੇਗਾ, ਨਹੀਂ ਸਿੰਘੋ ਇਹ ਤੇ ਬੜੀ ਉਰੇ ਦੀ ਗੱਲ। ਕਿਉਂਕਿ ਜਥੇ ਵਿੱਚ ਜੋ ਮਹਾਂਪੁਰਖਾਂ ਨੇ ਪੜ੍ਹਾਇਆ ਟਕਸਾਲ ਵਿੱਚ, ਇੱਥੋਂ ਤੱਕ ਮਹਾਂਪੁਰਖਾਂ ਦੇ ਬਚਨ ਨੇ, ਕਹਿੰਦੇ ਭਾਈ ਮਾਇਆ ਰੱਬ ਦੇ ਖੱਬੇ ਹੱਥ ਦੀ ਖੇਡ ਵੀ ਨਹੀਂ। ਜਿਵੇਂ ਆਮ ਆਪਾਂ ਕਹਿੰਦੇ ਭਾਊ ਇਹ ਤੇ ਮੇਰੇ ਖੱਬੇ ਹੱਥ ਦਾ ਕੰਮ ਹੈ, ਕਹਿੰਦੇ ਰੱਬ ਦੇ ਖੱਬੇ ਹੱਥ ਦਾ ਕੰਮ ਵੀ ਨਹੀਂ ਹੈ। ਕਿਉਂ? ਉਸਨੇ ਤੇ ਭਾਈ ਵੇਖ, ਪਹਿਲਾਂ ਤੇਰੀ ਪਰਾਲਬਧ ਇੱਥੇ ਪਹੁੰਚਾਈ, ਫਿਰ ਤੈਨੂੰ ਇੱਥੇ ਪਹੁੰਚਾਇਆ। ਜੋ ਤੇਰੀ ਪਰਾਲਬਧ ਹੈ, ਜੋ ਤੇਰੇ ਕਰਮਾਂ 'ਚ ਲਿਖਿਆ ਹੋਇਆ ਹੈ, ਜਿਵੇਂ ਪ੍ਰਸ਼ਾਦਾ ਪਾਣੀ ਮਿਲਣਾ ਉਹ ਤੈਨੂੰ ਮਿਲ ਹੀ ਜਾਣਾ। ਪਰ ਚੇਤੇ ਰੱਖ, ਫਿਰ ਮਹਾਂਪੁਰਖੋ ਕੀ ਮੰਗੀਏ ਸਤਿਗੁਰੂ ਸਾਹਿਬ ਜੀ ਦੇ ਪਾਸੋਂ? ਕਹਿੰਦੇ ਗੁਰਸਿੱਖੀ ਦੀ ਦਾਤ ਮੰਗਿਆ ਕਰੋ। ਗੁਰਸਿੱਖੀ ਔਖੀ ਮਿਲਦੀ, ਬਾਕੀ ਸਭ ਕੁਝ ਸੌਖਾ ਮਿਲਦਾ। ਕਈ ਵੇਖ ਲਓ, ਕਈਆਂ ਦੀਆਂ ਕਿੰਨੀਆਂ ਕਿੰਨੀਆਂ ਪੀੜ੍ਹੀਆਂ ਗੁਰਸਿੱਖੀ ਤੋਂ ਹੀਣੀਆਂ ਹੀ ਲੰਘ ਜਾਂਦੀਆਂ, ਫਿਰ ਕਿਤੇ ਜਾ ਕੇ ਇੱਕ ਅੱਧਾ ਜੰਮਦਾ ਜਿਹੜਾ ਗੁਰਸਿੱਖੀ ਵਾਲੇ ਪਾਸੇ ਨੂੰ ਮੋੜ ਕੇ ਲੈ। ਇਸ ਕਰਕੇ ਉਹ ਜਿਹੜਾ ਸੰਤ ਸਹਾਇਤਾ ਕਰਨ ਵਾਲੇ ਨਾ, ਪ੍ਰੇਮ ਲਾਉਣ ਵਾਲੇ ਸੰਤ, ਹੁਣ ਇੱਥੇ ਵੀ ਵੇਖਣਾ ਪਵੇਗਾ ਕਿ ਸੰਤ ਹੈ ਕੌਣ ਨੇ। ਕਈ ਭੇਖਾਂ ਦਾ ਨਾਮ ਵੀ ਸੰਤ ਹੈ, ਜਿਹਨੂੰ ਆਪਾਂ ਪੜ੍ਹਦੇ ਸੰਤ ਸਮੂਹ ਅਨੇਕ ਮਤੀ ਕੇ। ਪਰ ਮਹਾਰਾਜ ਜੀ ਨੇ ਨਾਲ ਬਚਨੇ ਵੀ ਕਰ ਦਿੱਤੇ, ਸਾਰੇ ਦੇਸ਼ ਕੋ ਦੇਖ ਰਹੇ ਹੋ, ਮਤ ਕੋ ਨਾ ਦੇਖੀਅਤ ਪ੍ਰਾਣ ਪਤੀ ਕੇ। ਪਰਮੇਸ਼ਰ ਵਾਹਿਗੁਰੂ ਦੇ ਪ੍ਰਾਣਾਂ ਦਾ ਪਿਆਰਾ, ਪਰਮੇਸ਼ਰ ਦਾ ਪਿਆਰਾ ਇਹਨਾਂ 'ਚੋਂ ਕੋਈ ਨਹੀਂ ਦਿਸਦਾ। ਅਖਵਾਉਂਦੇ ਤੇ ਸੰਤ ਹਨ, ਭੇਖ ਅਨੇਕ ਹਨ, ਅਨੇਕਾਂ ਭੇਖਾਂ ਦਾ ਨਾਮ ਵੀ ਸੰਤ ਹੈ। ਪਰ ਸੰਤ ਕਿਹਨੂੰ ਕਿਹਾ ਜਾਂਦਾ ਹੈ? ਜੋ ਇਹਦੇ ਅਰਥ ਗੁਰਮੁਖਾਂ ਨੇ, ਵਿਦਵਾਨਾਂ ਨੇ, ਮੇਰੇ ਉਸਤਾਦ ਜੀ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਨੇ ਪੜ੍ਹਾਏ ਨਾ। ਸੰਤ ਦੇ ਅਰਥ ਹਨ ਸਾ ਅੰਤ, ਜਿਹੜਾ ਅੰਤ ਵੇਲੇ ਸਹਾਇਤਾ ਦਾ ਕਾਰਨ ਬਣੇ, ਜਿਹਦਾ ਦਿੱਤਾ ਹੋਇਆ ਉਪਦੇਸ਼ ਅੰਤ ਦੇ ਸਮੇਂ ਸਹਾਇਤਾ ਯੋਗ ਹੋਵੇ, ਉਹ ਹੈ ਸੰਤ। ਤੇ ਸੰਤ ਕੌਣ ਹੈ? ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਜਿਨ੍ਹਾਂ ਨੂੰ ਇੱਕ ਛਿਣ ਭਰ ਵੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਭੁੱਲਦਾ ਨਾ ਹੋ। ਆਉਂਦੇ ਜਾਂਦੇ ਸਾਹਾਂ ਨਾਲ ਇੱਕੋ ਹੀ ਚਿੰਤਾ ਹੈ, ਪਰਮੇਸ਼ਰ ਵਾਹਿਗੁਰੂ ਦੀ ਭਗਤੀ ਬੰਦਗੀ ਦੀ, ਹੋਰ ਚਿੰਤਾ ਹੀ ਕੋਈ।
ਉਹਨਾਂ ਦੇ ਕੋਲ ਕੀਤਾ ਹੋਇਆ ਬਚਨ ਵੀ ਉਹਨਾਂ ਨੂੰ ਵਿਉ ਵਰਗਾ ਲੱਗਦਾ, ਵਿਉ ਵਰਗਾ, ਕੋਈ ਆਮ ਸੰਸਾਰੀ ਕੀਤੀ ਹੋਈ ਗੱਲ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ ਜੀਵਨ ਪੜ੍ਹੋ ਆਪ ਜੀ। ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਜੀ ਰੋਡੇ ਹੁਣਾਂ ਨੇ ਜਿਹੜਾ ਮਹਾਂਪੁਰਖਾਂ ਦਾ ਜੀਵਨ ਲਿਖਿਆ ਹੈ, ਉਹਦੇ ਵਿੱਚ ਇੱਕ ਕਥਾ ਲਿਖਦੇ ਆ ਮਹਾਂਪੁਰਖਾਂ ਨੂੰ ਦਸਤਾਰ ਮਿਲਣ ਤੋਂ ਪਹਿਲਾਂ ਦੀ। ਜੋ ਮਾਤਾ ਸਾਹਿਬ ਜੀ ਵਾਲਾ, ਮਾਤਾ ਸਾਹਿਬ ਦੇਵਾਂ ਵਾਲਾ ਅਸਥਾਨ ਹੈ ਹਜੂਰ ਸਾਹਿਬ, ਉੱਥੇ ਬੈਠੇ ਗੁਰਮੁਖ ਪਿਆਰੇ ਹੋਰ ਵੀ ਅਭਿਆਸੀ ਸਿੰਘ ਨਾਲ ਹਨ ਮਹਾਂਪੁਰਖਾਂ ਦੇ, ਬੰਦਗੀ ਭਗਤੀ ਕਰ ਰਹੇ ਹਨ, ਨਾਮ ਜਪ ਰਹੇ ਨੇ। ਤੇ ਨਾਲ ਦੇ ਸਿੰਘਾਂ ਨੇ ਇੱਕ ਸਮਾਂ ਰੱਖਿਆ ਹੁੰਦਾ ਸੀ, ਇੰਨਾ ਸਮਾਂ ਜਾ ਕੇ ਉੱਥੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਅਭਿਆਸ, ਜਪਜੀ ਸਾਹਿਬ ਜੀ ਦੇ ਪਾਠਾਂ ਦਾ ਅਭਿਆਸ ਕਰਨਾ। ਮਹਾਂਪੁਰਖ ਬੈਠੇ ਸਨ, ਬੈਠਿਆਂ ਥੱਲੇ ਭੋਰਾ ਸਾਹਿਬ ਵਾਲੇ ਅਸਥਾਨ ਦੇ ਉੱਤੇ ਨਾਲ ਦੇ ਸਿੰਘ ਨੇ ਵੇਖਿਆ ਕਿਸੇ ਹੋਰ ਕੋ ਘੜੀ ਨਹੀਂ ਸੀ, ਮਹਾਂਪੁਰਖਾਂ ਦੇ ਗੁੱਟ ਤੇ ਘੜੀ ਵੱਜੀ ਹੋਈ ਸੀ। ਨਾਲ ਦੇ ਸਿੰਘ ਨੇ ਹਿਲਾ ਕੇ ਪੁੱਛ ਲਿਆ, ਕਹਿਣ ਲੱਗੇ ਅਭਿਆਸੀ ਸਮਾਂ ਕਿੰਨਾ ਹੋਇਆ? ਮਹਾਂਪੁਰਖਾਂ ਅੱਖਾਂ ਨਹੀਂ ਖੋਲੀਆਂ, ਫਿਰ ਦੁਬਾਰਾ ਹਿਲਾ ਕੇ ਕਹਿੰਦਾ ਅਭਿਆਸੀ ਮੈਂ ਤੁਹਾਨੂੰ ਪੁੱਛਦਾ ਅਭਿਆਸੀ ਜੀ ਸਮਾਂ ਕਿੰਨਾ ਹੋਇਆ? ਮਹਾਂਪੁਰਖਾਂ ਨੇ ਘੜੀ ਲਾ ਕੇ ਪਰੇ ਸੁੱਟ ਕੇ ਉਹਦੇ ਵੱਲ ਨੂੰ ਮਾਰੀ। ਕਹਿੰਦੇ ਜਦੋਂ ਅੱਖਾਂ ਖੋਲੀਆਂ ਐ ਲਾਲ ਮਹਾਂਪੁਰਖਾਂ ਦੀਆਂ ਪੱਕ ਪਈਆਂ ਸੀ। ਉਹ ਸਿੰਘ ਵੀ ਥੋੜਾ ਜਿਹਾ ਝੇਪ ਗਿਆ ਕਿ ਬੜੀ ਜ਼ਿਆਦਾ ਅਭਿਆਸੀ ਨੇ ਤੇ ਇੰਨਾ ਕਦੀ ਗੁੱਸਾ ਕੀਤਾ ਹੀ ਨਹੀਂ। ਮਹਾਂਪੁਰਖਾਂ ਨੂੰ ਜਥੇ 'ਚ ਪਹਿਲਾਂ ਅਭਿਆਸੀ ਕਹਿੰਦੇ ਸਨ, ਬਾਹਰ ਆ ਗਏ ਉੱਠ ਕੇ, ਕਹਿਣ ਲੱਗੇ ਇੰਨਾ ਗੁੱਸਾ ਕਿਉਂ? ਕਹਿੰਦੇ ਮਾਤਾ ਜੀ ਨੇ ਬੜੀ ਬਖਸ਼ਿਸ਼ ਅੱਜ ਕਰਾਈ। ਮਾਤਾ ਜੀ ਦੇ ਦੀਦਾਰ ਤੇ ਰੋਜ਼ ਹੁੰਦੇ ਸਨ। ਅੱਜ ਪਿਤਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੀਦਾਰ ਕਰਵਾਉਣ ਵਾਸਤੇ ਮਾਤਾ ਜੀ ਲੈ ਕੇ ਗਏ ਸਨ। ਗੁਰੂ ਕੇ ਦਰਸ਼ਨ ਕਰ ਰਹੇ ਸਾਂ, ਤੁਸੀਂ ਲਾਗੋਂ ਬੈਠਿਆਂ ਟਾਈਮ ਪੁੱਛ ਲਿਆ। ਉਹ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਹਨ, ਸੰਤ ਸਹਾਈ ਪ੍ਰੇਮ ਕੇ, ਜਿਨ੍ਹਾਂ ਨੇ ਪ੍ਰੇਮ ਲਾਉਣਾ ਕਿਵੇਂ। ਆਪਾਂ ਇਹ ਤੇ ਸੁਣ ਪੜ੍ਹ ਲਿਆ ਕਿ ਮਹਾਂਪੁਰਖ 101 ਪਾਠ ਸ੍ਰੀ ਜਪਜੀ ਸਾਹਿਬ ਜੀ ਦਾ ਕਰਦੇ ਸਨ, ਕਈ ਕਿੰਤੂ ਕਰਨਾ ਕਈਆਂ ਨੇ ਸ਼ੁਰੂ ਕਰ ਦਿੱਤਾ। ਪਰ ਉਹ ਮਹਾਂਪੁਰਖਾਂ ਨੇ ਅਸੀਂ ਪਾਠ ਕਰਨਾ ਚਾਹੁੰਦੇ, ਸਾਡੇ ਵਾਸਤੇ ਔਖੀ ਘਾਟੀ ਕਿਉਂ ਹੈ? ਅਸੀਂ ਪਾਠ ਕਰਨਾ ਹੈ ਕਿ ਮਹਾਰਾਜ ਆ ਫਲਾਣੇ ਕਾਰਜ ਜਿਹੜੇ ਸਾਡੇ ਹੋ ਜਾਣ, ਇੰਨੇ ਦਿਨ ਮੈਂ ਜ਼ਰੂਰ ਕਰਾਂਗਾ, ਇੰਨੇ ਦਿਹਾੜੇ ਹੋ ਜਾਣ ਫਿਰ ਠੀਕ ਹੈ। ਕਈ ਤੇ ਮੇਰੇ ਵਰਗੇ ਚਲੀਸਾ ਆਰੰਭ ਕਰਦੇ ਨੇ, 40 ਦਿਨ ਕੀਤਾ, 40 ਦਿਨਾਂ ਬਾਅਦ ਪਹਿਲਾ ਨਿਤਨੇਮ ਵੀ ਭੁੱਲ ਗਿਆ, ਫਿਰ 4-5 ਮਹੀਨੇ ਨਿਤਨੇਮ ਚੇਤੇ ਹੀ ਨਾ ਆਇਆ। 40 ਦਿਨ ਤੇ ਔਖਿਆਂ, ਜਿੰਨੇ 35, 41, 51 ਪਾਠ ਕਰਨੇ ਸੀ ਕਰ ਲਏ, ਬਾਅਦ 'ਚ ਆਪਣਾ ਨਿਤਨੇਮ ਵੀ ਭੁੱਲ ਜਾਂਦਾ। ਪਰ ਧੰਨ ਹਨ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਉਹਨਾਂ ਦਾ ਜੀਵਨ ਹੀ ਚਲੀਸਾ, ਕੇਵਲ 40 ਦਿਹਾੜੇ ਨਹੀਂ, ਸੰਪੂਰਨ ਜੀਵਨ ਹੀ ਚਲੀਸਾ। ਕਿਹੋ ਜਿਹਾ ਪ੍ਰੇਮ ਲੱਗਾ ਹੋਇਆ ਹੈ, ਉਹ ਕਿਹੜਾ ਪ੍ਰੇਮ ਪੈਦਾ ਕਰਦੇ ਹਨ। ਉਹਨਾਂ ਦੇ ਅੰਦਰ ਹਿਰਦੇ ਵਿੱਚ ਅਵਸਥਾ ਕੀ ਹੈ? ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਪ੍ਰੇਮ ਦੀ ਅਵਸਥਾ ਇੰਨੀ ਉੱਚੀ ਹੋ ਜਾਵੇ, ਜੋ ਵੀ ਕੰਨਾਂ ਦੁਆਰਾ ਸੁਣੇ, ਜਿਹੜੀ ਵੀ ਧੁਨ ਸੁਣੇ, ਉਹ ਇਹੋ ਹੀ ਸੁਣੇ ਕਿ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਜਪ। ਜਿੰਨੇ ਪੰਛੀ ਹਨ ਜੋ ਇਹ ਬੋਲਦੇ ਨੇ, ਉਹ ਪਰਮੇਸ਼ਰ ਦੀ ਧੁਨੀ ਹੀ ਉਹਨਾਂ ਨੂੰ ਸੁਣੇ। ਤੇ ਹੁਣ ਨਵਾਂ ਸਵਾਲ ਮਨ 'ਚ ਉਠਾਉਣਾ ਜੀ, ਇਹ ਕਿਵੇਂ ਹੋ ਸਕਦਾ ਹੈ ਕਿ ਸਭ ਕੁਝ ਧੁਨੀ 'ਚੋਂ ਉਹਨਾਂ ਨੂੰ ਰੱਬ ਦਾ ਨਾਮ ਕਿਵੇਂ ਸੁਣ ਸਕਦਾ? ਉਹਦਾ ਕਾਰਨ ਹੈ, ਇੱਕ ਸਾਡੇ ਬਜ਼ੁਰਗ ਕਥਾ ਸੁਣਾਇਆ ਕਰਦੇ ਨੇ, ਆਪ ਜੀ ਨੇ ਸਾਰਿਆਂ ਨੇ ਸੁਣੀ ਹੋਣੀ ਲਗਭਗ। ਕਹਿੰਦੇ ਵੀ ਸਵੇਰੇ ਸਵੇਰੇ ਇੱਕ ਬਾਣੀਆ ਜਿਹੜਾ ਲੂਣ ਹਲਦੀ ਤੇ ਅਦਰਕ ਵੇਚਦਾ ਸੀ ਨਾ, ਉਹ ਆਪਣੇ ਵਪਾਰ ਨੂੰ ਨਿਕਲਣ ਲੱਗਾ। ਇੱਕ ਭਲਵਾਨ ਜਿਹੜਾ ਹਰ ਰੋਜ਼ ਕਸਰਤ ਕਰਦਾ ਸੀ, ਉਹ ਡੰਡ ਮਾਰ ਰਿਹਾ ਸੀ, ਤੇ ਕੋਈ ਮਹਾਤਮਾ ਮਹਾਂਪੁਰਖ ਤੁਰਿਆ ਆਉਂਦਾ ਸੀ। ਤੇ ਇੰਨੇ ਚਿਰ ਨੂੰ ਇੱਕ ਤਿੱਤਰ ਬੋਲਿਆ ਸਵੇਰੇ ਸਵੇਰ, ਤੇ ਜਦੋਂ ਉਹ ਤਿੱਤਰ ਦੀ ਆਵਾਜ਼ ਸੁਣੀ ਨਾ, ਤੇ ਤਿੰਨਾਂ ਦੇ ਚਿਹਰੇ ਤੇ ਬੜਾ ਉਤਸ਼ਾਹ ਆਇਆ। ਉਹ ਵੇਖਣ ਵਾਲਾ ਵੇਖ ਕੇ ਕਹਿੰਦਾ ਜੀ ਕੀ ਸੁਣਿਆ ਤੁਹਾਨੂੰ? ਤੇ ਬਾਣੀਆ ਕਹਿੰਦਾ ਵੀ ਇਹ ਤਿੱਤਰ ਦੀ ਆਵਾਜ਼ ਇਹ ਕਹਿੰਦੀ ਏ ਕਿ ਵੇਚ ਲੂਣ ਹਲਦੀ ਅਦਰਕ। ਭਲਵਾਨ ਕਹਿੰਦਾ ਵੀ ਨਹੀਂ, ਇਹ ਨਹੀਂ ਕਹਿੰਦੀ, ਇਹ ਕਹਿੰਦੀ ਆ ਵੀ ਖਾ ਬਦਾਮ ਤੇ ਕਰ ਕਸਰਤ। ਤੇ ਉਹ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਪਿਆਰਾ ਸੀ ਮਹਾਤਮਾ, ਉਹਨੂੰ ਪੁੱਛਿਆ ਜੀ ਤੁਸੀਂ ਕੀ ਸੁਣਿਆ? ਤੁਹਾਡੇ ਚਿਹਰੇ ਤੇ ਬੜਾ ਆਨੰਦ ਸੀ। ਕਹਿਣ ਲੱਗੇ ਇਹਦੀ ਜ਼ਬਾਨ ਤੋਂ ਨਿਕਲਿਆ ਸੁਭਾਨ ਤੇਰੀ ਕੁਦਰਤ। ਸੁਣੀ ਤਿੰਨਾਂ ਨੇ ਧੁਨੀ ਹੈ,
ਪਰ ਧੁਨ ਵਿੱਚੋਂ ਆਵਾਜ਼ ਵੱਖੋ ਵੱਖਰੀ ਸਰਵਣ। ਇਸੇ ਤਰੀਕੇ ਦੇ ਨਾਲ ਦਮਦਮੀ ਟਕਸਾਲ ਦੇ ਇੱਕ ਵਿਦਿਆਰਥੀ ਗੁਰਮੁਖ ਮਹਾਂਪੁਰਖ ਗੁਰਮੁਖ ਹੋਏ ਨੇ, ਬਾਬਾ ਮਹਾਂ ਸਿੰਘ ਜੀ ਮਟੌਰ। ਮਟੌਰ ਉਹਨਾਂ ਦਾ ਨਗਰ ਸੀ। ਉਹ ਬਾਬਾ ਮਹਾਂ ਸਿੰਘ ਜੀ ਉਹ ਹਨ ਕਿ ਜਿਹੜੇ ਸਿੰਘਾਂ ਦੀ ਅਭਿਆਸੀ, ਸਿੰਘਾਂ ਦੀ ਅਰਦਾਸ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਕੌਮ ਦੀ ਚੜ੍ਹਦੀ ਕਲਾ ਹੈ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਦਮਦਮੀ ਟਕਸਾਲ ਦੇ ਮੁਖੀ ਬਣਨ ਤੋਂ ਬਾਅਦ ਵਿੱਚ ਕੀਤੀ ਸੀ ਕਿ ਕੌਮ ਦੀ ਚੜ੍ਹਦੀ ਕਲਾ ਲਈ ਅਭਿਆਸ ਕਰਨਾ ਹੈ। ਉਹਨਾਂ 'ਚੋਂ ਇੱਕ ਭਾਈ ਦਲਬੀਰ ਸਿੰਘ ਜੀ ਅਭਿਆਸੀ ਅਤੇ ਬਾਬਾ ਮਹਾਂ ਸਿੰਘ ਜੀ ਮਟੌਰ, ਇਹ ਦੋਵੇਂ ਗੁਰਮੁਖ ਪਿਆਰੇ ਨੇ, ਉਹਨਾਂ ਉਸ ਅਰਦਾਸ ਦੇ ਵਿੱਚ ਸਨ। ਉਹ ਬਾਬਾ ਮਹਾਂ ਸਿੰਘ ਜੀ ਨੇ ਇੱਕ ਵਾਰੀ ਇਸ ਤਰ੍ਹਾਂ ਹੀ ਸਿੰਘਾਂ ਨਾਲ ਬਚਨ ਕਰਦਿਆਂ ਕਹਿੰਦੇ, ਗੁਰਮੁਖੋ ਜਦੋਂ ਸਤਿਗੁਰੂ ਸਾਹਿਬ ਜੀ ਕਿਰਪਾ ਕਰ ਦਿੰਦੇ ਨਾ, ਬਾਹਰ ਮਹਿਤੇ ਡੇਰੇ ਤੋਂ ਬਾਹਰ ਮੋਟਰ ਸੀ, ਕਹਿੰਦੇ ਦਾਸ ਉੱਥੇ ਇਸ਼ਨਾਨ ਕਰਦਾ ਸੀ ਅਤੇ ਜਿਹੜੀ ਮੋਟਰ ਦੀ ਧੁਨੀ ਸੀ ਉਹ 'ਚੋਂ ਵੀ ਵਾਹਿਗੁਰੂ ਵਾਹਿਗੁਰੂ ਹੀ ਸੁਣਦਾ। ਮੋਟਰ ਚੱਲਦੀ ਵਿੱਚੋਂ ਵੀ ਵਾਹਿਗੁਰੂ ਵਾਹਿਗੁਰੂ ਹੀ ਸਰਵਣ ਉਹਨਾਂ ਨੂੰ ਸੁਣਦਾ ਹੈ। ਐਸਾ ਉਹਨਾਂ ਦਾ ਪ੍ਰੇਮ ਲੱਗਾ। ਉਹ ਜਿਨ੍ਹਾਂ ਦਾ ਇਹੋ ਜਿਹਾ ਪ੍ਰੇਮ ਹੈ ਉਹ ਦੱਸਣਗੇ, ਗੁਰੂ ਕਾ ਸਿੱਖਾ ਜਦੋਂ ਸਿਮਰਨ ਭਗਤੀ ਕਰੇਗਾ, ਨਾਮ ਜਪੇਗਾ, ਫਿਰ ਤੈਨੂੰ ਆਹ ਜਿਹੜਾ ਪ੍ਰੇਮ ਸਤਿਗੁਰੂ ਸਾਹਿਬ ਜੀ ਆਹ ਪ੍ਰੇਮ ਰੰਗ ਲਾ ਦੇਣਗੇ, ਫਿਰ ਤੇਰੇ 'ਤੇ ਇਹ ਬਖਸ਼ਿਸ਼ ਹੋ ਜਾਵੇਗੀ। ਉਹ ਜਿਹੜੇ ਸੰਤ ਹਨ, ਜਿਹੜੇ ਪੂਰੇ ਹਨ, ਮਹਾਰਾਜ ਕਹਿੰਦੇ ਉਹਨਾਂ ਦੀ ਸੰਗਤ ਵਿੱਚ ਜਾਣਾ ਕਰ। ਸੋ ਭਾਈ ਅਸੀਂ ਵੀ ਉਹਨਾਂ ਦੇ ਚਰਨਾਂ ਨਾਲ ਲੱਗੇ ਹਾਂ, ਤੂੰ ਵੀ ਲੱਗਣਾ ਕਰ। ਸੋ ਜਾਂ ਜੇ ਮਹਾਰਾਜ ਜੀ ਕੋਈ ਹੋਰ ਸੁੱਖ ਦਾ ਢੰਗ ਦੱਸ ਦਵੋ, ਕਹਿੰਦੇ ਨਹੀਂ ਭਾਈ, ਪ੍ਰਭੂ ਪਰਮੇਸ਼ਰ ਵਾਹਿਗੁਰੂ ਤੋਂ ਬਿਨਾਂ ਕਿਵੇਂ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ? ਨਹੀਂ ਹੋ ਸਕਦੀ ਜੀ, ਜਿਹੜਾ ਮਰਜ਼ੀ ਵੀ ਯਤਨ ਕਰ ਲਵੋ। ਕਾਰਨ ਕੀ ਹੈ? ਮਹਾਰਾਜ ਮੈਂ ਸੁਣਿਆ ਹੈ ਕਿ ਕਿਸੇ ਹੋਰ ਦੀ ਪੂਜਾ ਚੇਸ਼ਟਾ ਕਰ ਲਈਏ ਸੁਖੀ ਹੋ ਜਾਵਾਂਗੇ, ਪਰ ਭਾਈ ਇਹਨਾਂ ਵਿੱਚੋਂ ਕੋਈ ਵੀ ਹੋਰ ਜਿਤਨੇ ਵੀ ਹਨ, ਆਪਾਂ ਪੜ੍ਹਦੇ ਗੁਰੂ ਕੀ ਬਾਣੀ ਵਿੱਚ, ਕੋਈ ਵੀ ਕਾਲ ਤੋਂ ਰਹਿਤ ਨਹੀਂ ਹੈ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਸਾਰਾ ਕਾਲ ਦਾ ਤਮਾਸ਼ਾ, ਮੌਤ ਤੋਂ ਭਿੰਨ ਕੋਈ ਨਹੀਂ ਹੈ। ਜਿਤਨੇ ਵੀ ਹਨ ਸਾਰੇ ਕਾਲ ਦੇ ਵਿੱਚ, ਮੌਤ ਦੇ ਵਿੱਚ ਘਿਰੇ ਹੋਏ ਹਨ। ਪਰ ਧੰਨ ਹਨ ਸਤਿਗੁਰੂ ਸਾਹਿਬ ਜੀ, ਵਿਣ ਪ੍ਰਭ ਕਿਉਂ ਸੁਖ ਪਾਈਏ। ਬਿਨਾਂ ਪ੍ਰਭੂ ਪਰਮੇਸ਼ਰ ਵਾਹਿਗੁਰੂ ਤੋਂ ਬਿਨਾਂ ਮੁਕਤੀ ਰੂਪੀ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ, ਕਿਸੇ ਵੀ ਹੋਰ ਥਾਂ ਤੋਂ ਪ੍ਰਾਪਤ ਨਹੀਂ ਹੋ ਸਕਦਾ ਜੀ। ਇਸ ਕਰਕੇ ਮਹਾਰਾਜ ਜੀ ਕਹਿੰਦੇ ਹਨ, ਦੂਜੀ ਦਵੈਤ ਭਾਵ ਵੀ ਕਿਸੇ ਦੀ ਸਤਿਗੁਰੂ ਸਾਹਿਬ ਜੀ ਤੋਂ ਬਿਨਾਂ ਜਾ ਨਹੀਂ ਸਕਦਾ ਜੀ। ਜਿਨ੍ਹਾਂ ਨੇ ਭਾਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਨਾਮ ਦਾ ਪ੍ਰੇਮ ਰਸ ਚਖਿਆ ਹੋਇਆ ਹੈ ਜੀ, ਕਹਿੰਦੇ ਉਹ ਤ੍ਰਿਪਤ ਹਨ, ਰੱਜੇ ਹੋਏ ਹਨ, ਉਹਨਾਂ ਨੂੰ ਫਿਰ ਕਦੀ ਵੀ ਭੁੱਖ ਨਹੀਂ ਲੱਗਦੀ। ਜਿਨ੍ਹਾਂ ਨੇ ਨਾਮ ਰੂਪੀ ਪ੍ਰੇਮ ਰਸ ਚਖਿਆ ਹੋਇਆ ਹੈ, ਕਿੰਨਾਂ ਨੇ, ਜਿਵੇਂ ਸਾਹਿਬ ਬਾਬਾ ਮਰਦਾਨਾ ਜੀ ਨੇ ਚਖਿਆ ਹੈ। ਧੰਨ ਬਾਬਾ ਮਰਦਾਨਾ ਜੀ ਸਾਹਿਬ ਸਤਿਗੁਰੂ ਸਾਹਿਬ ਜੀ ਸਮੇਰ ਨੂੰ ਚੱਲੇ, ਮਹਾਰਾਜ ਜੀ ਨੂੰ ਕਹਿੰਦੇ ਮਹਾਰਾਜ ਮੈਂ ਨਹੀਂ ਜਾਣਾ। ਭਾਈ ਮਰਦਾਨਿਆ ਕਾਰਨ, ਮਹਾਰਾਜ ਤੁਸੀਂ ਸਮੇਰ ਪਰਬਤ ਨੂੰ ਚੱਲੇ ਹੋ, ਆਪ ਜੀ ਕਹਿੰਦੇ ਹੋ ਕਿ ਉੱਥੇ ਰਸਤੇ ਵਿੱਚ ਕੁਝ ਵੀ ਛਕਣ ਛਕਾਉਣ ਨੂੰ ਨਹੀਂ ਮਿਲੇਗਾ, ਪਰ ਮਹਾਰਾਜ ਮੈਨੂੰ ਤੇ ਭੁੱਖ ਬੜੀ ਲੱਗਦੀ, ਮੈਂ ਨਹੀਂ ਜਾ ਸਕਦਾ ਤੁਹਾਡੇ ਨਾਲ। ਚੰਗਾ ਭਾਈ ਮਰਦਾਨਾ ਜੀ ਤੁਸੀਂ ਨਾਲ ਚੱਲੋ। ਆਹ ਥੋੜ੍ਹੀਆਂ ਕੁਝ ਫਰਲਾਂਗਾਂ ਚੱਲ ਕੇ ਇੱਕ ਨਦੀ ਆਵੇਗੀ, ਉਹਦਾ ਜਲ ਛਕ ਲਿਆ ਜੀ। ਉਹਦਾ ਜਲ ਛਕਣੇ ਤੇ ਤੁਹਾਡੀਆਂ ਸਾਰੀਆਂ ਹੀ ਭੁੱਖਾਂ ਨਾਸ ਹੋ ਜਾਣਗੀਆਂ। ਸਾਹਿਬ ਬਾਬਾ ਮਰਦਾਨਾ ਜੀ ਨੇ ਗੁਰੂ ਕਾ ਹੁਕਮ ਮੰਨ ਕਰਕੇ ਜਲ ਛਕਿਆ, ਉਹ ਸਾਰੀਆਂ ਹੀ ਭੁੱਖਾਂ ਦੂਰ ਹੋ ਗਈਆਂ। ਜਿੰਨੀ ਚੱਕਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ। ਫਿਰ ਕਦਿਆ ਵਾਸਤੇ ਵੀ ਸਾਹਿਬ ਬਾਬਾ ਮਰਦਾਨਾ ਜੀ ਨੂੰ ਭੁੱਖ ਨੇ ਆਣ ਕਰਕੇ ਤੰਗ ਨਹੀਂ ਕੀਤਾ, ਰੱਜ ਗਏ। ਤੇ ਹੁਣ ਮਨ 'ਚ ਆ ਜਾਵੇਗਾ ਜੀ ਉਹ ਜਲ ਦੇ ਵਿੱਚ ਕੀ ਸੀ? ਨਹੀਂ, ਜਲ ਤੇ ਭਾਈ ਕੋਈ ਵੀ ਹੋਵੇ, ਬਖਸ਼ਿਸ਼ ਹੁਕਮ ਦੀ ਹੈ, ਮੰਨਿਆ ਹੈ ਹੁਕਮ। ਜੇ ਸਾਡੇ ਵਰਗਾ ਤਰਕਵਾਦੀ ਹੁੰਦਾ ਤੇ ਕਹਿੰਦਾ ਬਾਬਾ ਮਖੌਲ ਨਾ ਕਰ, ਸਤਿਗੁਰੂ ਸਾਹਿਬ ਚੰਗਾ ਮਜ਼ਾਕ ਕਰਦੇ, ਜੇ ਮੈਨੂੰ ਭੁੱਖ ਲੱਗਦੀ ਤੁਸੀਂ ਕਹਿੰਦੇ ਪਾਣੀ ਪੀ ਲਾ, ਪਾਣੀ ਪੀਣ ਨਾਲ ਵੀ ਭੁੱਖਾਂ ਹਟਦੀਆਂ, ਕਿਹੜੀਆਂ ਗੱਲਾਂ ਕਰਦੇ ਜੇ? ਤੁਹਾਡੇ ਨਾਲ ਮੈਂ ਗੰਗਾ 'ਤੇ ਗਿਆ, ਤਰਬੇਣੀ 'ਤੇ ਗਿਆ, ਜਮਣਾ 'ਤੇ ਗਿਆ, ਮੈਂ ਸਾਰੇ ਤੀਰਥਾਂ ਦਾ ਭ੍ਰਮਣ ਕਰ ਆਇਆ, ਮੈਂ ਮਹਾਰਾਜ ਉੱਥੋਂ ਭਲਾ ਪਾਣੀ ਨਹੀਂ ਪੀਤਾ, ਜਲ ਹੀ ਨਹੀਂ ਪੀਤਾ, ਉੱਥੋਂ ਤੇ ਮੇਰੀ ਭੁੱਖ ਨਾਸ ਨਾ ਹੋਈ। ਦੁਨੀਆ ਉੱਥੇ ਜਾ ਕਰਕੇ ਉੱਥੇ ਨਹਾ ਕੇ ਕਹਿੰਦੀ ਸਾਡੇ ਪਾਪ ਲੱਥ ਜਾਂਦੇ,
ਜਿਹੜੀ ਗੰਗਾ ਦੁਨੀਆ ਦੇ ਪਾਪ ਲਾਉਂਦੀ ਸੀ, ਮੇਰੀ ਭੁੱਖ ਨਹੀਂ ਸੀ ਮਿਟਾ ਸਕਦੀ। ਕਿਹੜੀਆਂ ਭੋਲੀਆਂ ਗੱਲਾਂ ਕਰਦੇ। ਗੱਲ ਗੁਰਸਿੱਖੋ ਇਹ ਨਹੀਂ ਹੈ, ਗੱਲ ਹੈ ਹੁਕਮ ਮੰਨਣ ਦੀ। ਹੁਕਮ ਹੈ, ਹੁਕਮ ਕਰਕੇ ਹੀ ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਦੇ ਪ੍ਰੇਮ ਵਿੱਚ ਆਣ ਕਰਕੇ, ਪ੍ਰੇਮੀ ਹੋ ਕਰਕੇ ਹੁਕਮ ਮੰਨਿਆ ਹੈ, ਉਹਨਾਂ ਨੂੰ ਭਾਈ ਸਾਰੀਆਂ ਭੁੱਖਾਂ ਉਹਨਾਂ ਦੀਆਂ ਮਿਟ ਗਈਆਂ। ਉਹਨਾਂ ਦੀਆਂ ਮਿਟੀਆਂ, ਦੂਸਰਿਆਂ ਦੀਆਂ ਨਹੀਂ। ਜਿਹੜੇ ਪ੍ਰੇਮ ਰਸ ਵਿੱਚ ਹਨ ਉਹਨਾਂ ਦੇ ਭਾਈ ਫਿਰ ਬੰਦ ਕੱਟਿਆਂ ਤੇ ਵੀ ਉਹਨਾਂ ਨੂੰ ਤੰਗੀ ਪੀੜ ਨਹੀਂ। ਅਸੀਂ ਤੇ ਮੰਜਿਆਂ ਤੇ ਬੈਠੇ ਚੰਗੀਆਂ ਸੇਜਾਂ ਭੋਗਦੇ ਵੀ ਦੁਖੀ ਹਾਂ ਨਾ, ਰਾਤ ਨੂੰ ਨੀਂਦ ਨਹੀਂ ਆਉਂਦੀ, ਗੋਲੀਆਂ ਖਾ ਕੇ ਸੌਣਾ ਪੈਂਦਾ। ਤੇ ਧੰਨ ਗੁਰੂ ਕੇ ਸਿੱਖ ਚਰਖੜੀ ਦਾ ਗੇੜਾ ਲੱਗਿਆ ਹੋਵੇ, ਆਣ ਕਰਕੇ ਹੁਕਮਰਾਨ ਪੁੱਛੇ ਵੀ ਸੁਣਾ ਕਿੰਨਾ ਕੁ ਆਨੰਦ ਆਇਆ ਹੈ। ਭਾਈ ਤਾਰੂ ਸਿੰਘ ਜੀ ਨੂੰ ਚਰਖੜੀ ਤੇ ਚਾੜਿਆ ਗਿਆ, ਗੇੜਾ ਦਿੱਤਾ ਤੇ ਆਣ ਕੇ ਪੁੱਛੇ ਹੁਕਮਰਾਨ ਤਾਰੂ ਸਿੰਘ ਸਖੀ ਦਾ ਕਿੰਨਾ ਕੁ ਨਜ਼ਾਰਾ ਹੈ। ਤੇ ਹੱਸ ਕੇ ਕਹਿਣ ਇੱਕ ਗੇੜਾ ਤੂੰ ਵੀ ਲਾ ਕੇ ਵੇਖ, ਤੈਨੂੰ ਪਤਾ ਲੱਗ ਜਾਵੇਗਾ ਕਿੰਨਾ ਆਨੰਦ। ਜਿਨ੍ਹਾਂ ਨੇ ਪ੍ਰੇਮ ਰਸ ਚੱਖਿਆ ਹੋਇਆ ਉਹ ਰੱਜ ਗਏ ਨੇ। ਬਾਹਰੀ ਪਦਾਰਥਾਂ ਦੀ ਭੁੱਖ ਹੀ ਨਹੀਂ ਰਹਿ ਗਈ ਹਿਰਦੇ ਵਿੱਚ, ਕਿਸੇ ਤਰੀਕੇ ਦੀ ਭੁੱਖ ਉਹਨਾਂ ਨੂੰ ਸਤਾਉਂਦੀ ਨਹੀਂ। ਇੱਥੇ ਤੇ ਰਾਜ ਸਤਾ ਦੀ ਭੁੱਖ ਹੀ ਲੱਗੀ ਹੋਈ ਹੈ ਵੱਡੀ। ਕਦੀ ਕਿਸੇ ਪਾਰਟੀ ਦਾ ਪੱਲਾ ਫੜਦੇ ਹਾਂ, ਕਦੀ ਕਿਸੇ ਪਾਰਟੀ ਦਾ ਪੱਲਾ ਫੜਦੇ ਹਾਂ। ਉਹ ਤੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਉਹਨਾਂ ਨੂੰ ਭਾਈ ਕਿਸੇ ਵੀ ਤਰੀਕੇ ਦੀ ਭੁੱਖ ਨਹੀਂ। ਇੱਥੋਂ ਤੱਕ ਬਚਨ ਕਰ ਦਿੱਤੇ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਮਹਾਰਾਜ ਰਾਜ ਵੀ ਨਹੀਂ ਚਾਹੀਦਾ। ਦੁਨੀਆ ਦੇ ਲੋਕ ਰਾਜ ਭਾਗ ਦੇ ਮਗਰ ਭੱਜੇ ਫਿਰਦੇ ਨੇ, ਪਾਤਸ਼ਾਹ ਰਾਜ ਵੀ ਸਾਨੂੰ ਨਹੀਂ ਚਾਹੀਦਾ। ਜਿਵੇਂ ਭਾਈ ਮਹਾਂ ਸਿੰਘ ਜੀ ਦੇ ਤਾਂ ਹੀ ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤੇ ਨੇ ਨਾ, ਜਿਸ ਸਮੇਂ ਸਾਰੇ ਸਿੰਘਾਂ ਤੇ ਬਖਸ਼ਿਸ਼ ਕਰਦੇ, ਮੇਰਾ 5000 ਏ, ਮੇਰਾ 10,000 ਏ, ਇਵੇਂ ਬਖਸ਼ਿਸ਼ਾਂ ਕਰਦੇ ਕਰਦੇ ਭਾਈ ਮਹਾਂ ਸਿੰਘ ਜੀ ਦੇ ਪਾਸ ਪਹੁੰਚੇ ਨੇ। ਭਾਈ ਮਹਾਂ ਸਿੰਘ ਜੀ ਦਾ ਪਾਵਨ ਸੀਸ ਆਪਣੀ ਗੋਦੀ ਵਿੱਚ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਨੇ ਰੱਖਿਆ। ਬੜਾ ਲਾਡ ਸਤਿਗੁਰੂ ਸਾਹਿਬ ਜੀ ਨੇ ਭਾਈ ਮਹਾਂ ਸਿੰਘ ਜੀ ਦੇ ਤਾਂ ਹੀ ਲਟਾਇਆ। ਗੁਰਸਿੱਖੋ, ਜੇ ਕੋਈ ਸਵਾਲ ਪੁੱਛ ਲੈ ਨਾ ਕਿਹੜੇ ਸਿੱਖ ਹਨ ਜਿਨ੍ਹਾਂ ਨੇ ਗੁਰੂ ਕੀ ਗੌਜ 'ਚ ਸਰੀਰ ਛੱਡਿਆ, ਤੇ 3 ਗੁਰਸਿੱਖਾਂ ਦੀ ਆਪ ਕਥਾ ਪੜ੍ਹੋਗੇ। ਸਾਹਿਬ ਬਾਬਾ ਮਰਦਾਨਾ ਜੀ, ਸਾਹਿਬ ਬਾਬਾ ਬੁੱਢਾ ਜੀ ਸਾਹਿਬ ਤੇ ਭਾਈ ਸਾਹਿਬ ਭਾਈ ਮਹਾਂ ਸਿੰਘ ਜੀ, ਇਹ 3 ਗੁਰਸਿੱਖਾਂ ਨੇ ਗੁਰੂ ਕੀ ਪਾਵਨ ਗੋਦੀ ਵਿੱਚ ਆਪਣਾ ਸਰੀਰ ਤਿਆਗਿਆ। ਸਾਹਿਬ ਬਾਬਾ ਮਰਦਾਨਾ ਜੀ ਦਾ ਵੀ ਸੀਸ ਗੁਰੂ ਕੀ ਗੋਦੀ 'ਚ ਸੀ। ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦਾ ਪਾਵਨ ਸੀਸ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਸੀ। ਤੇ ਭਾਈ ਮਹਾਂ ਸਿੰਘ ਜੀ ਦਾ ਪਾਵਨ ਸਿਰ ਧੰਨ ਸਤਿਗੁਰੂ ਸਾਹਿਬ ਜੀ ਗੁਰਦੇਵ ਸਤਿਗੁਰੂ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਗੋਦੀ 'ਚ ਹੈ। ਤੇ ਬਚਨ ਕੀਤੇ, ਕਹਿਣ ਲੱਗੇ ਭਾਈ ਮਹਾਂ ਸਾਹਿਬ ਮੰਗ ਕੀ ਮੰਗਦਾ। ਮਹਾਰਾਜ ਜੀ ਕੁਝ ਨਹੀਂ ਚਾਹੀਦਾ। ਆਪ ਜੀ ਨੇ ਬੜੀ ਬਖਸ਼ਿਸ਼ ਕੀਤੀ, ਗੁਰਦੇਵ ਦੀ ਦਾਰ ਦਿੱਤੇ ਨੇ। ਆਪ ਕਿਰਪਾ ਕਰੋ ਉਹ ਬਦਾਵਾ ਜਿਹੜਾ ਹੈ ਉਹ ਪਾੜ ਦੇਵੋ। ਮਹਾਂ ਸਿਆਂ ਬਦਾਵਾ ਕਾਰੀਆਂ ਵਾਸਤੇ, ਜਿਨ੍ਹਾਂ ਬਦਾਵਾ ਲਿਖ ਕੇ ਦਿੱਤਾ, ਤੇਰੇ ਵਾਸਤੇ ਬਦਾਵਾ ਕੋਈ ਨਹੀਂ। ਤੂੰ ਮੰਗ, ਜੇ ਤੂੰ ਮੰਗੇ ਤੇ ਕੰਚਨ ਵਰਗੀ ਦੇਹ ਹੀ ਕਰ ਦਈਏ, 3 ਲੋਕਾਂ ਦਾ ਤੈਨੂੰ ਰਾਜ ਦੇ ਦਈਏ, 3 ਲੋਕਾਂ ਦਾ, ਜਾਂ ਰਾਜ ਭਾਗ ਭੋਗ। ਨਹੀਂ ਗੁਰਦੇਵ ਸਤਿਗੁਰੂ ਸਾਹਿਬ ਜੀ ਉਹ ਵੀ ਆਪ ਜੀ ਦੇ ਸਿੱਖ ਹਨ। ਜੇ ਆਪ ਜੀ ਕਿਰਪਾ ਕਰਨ ਤੇ ਆਏ ਜੇ ਤੇ ਉਹ ਬਦਾਵਾ ਹੀ ਪਾੜ ਦਿਓ, ਆਪ ਜੀ ਉਹ ਹੀ ਕਿਰਪਾ ਕਰੋ। ਧੰਨ ਗੁਰੂ ਸਾਹਿਬ ਜੀ ਦੇ ਪਿਆਰ ਵਾਲੇ ਗੁਰਸਿੱਖ ਭਾਈ ਰਾਜ ਵੀ ਕਾਂ ਦੇ ਵਿਸਟਾ ਦੀ ਨਿਆਈ ਜਾਣ ਕਰਕੇ ਤੇ ਤਿਆਗ ਦਿੰਦੇ ਨੇ, ਉਹ ਤੋਂ ਵੱਧ ਨਹੀਂ ਸਮਝਦੇ ਰਾਜ ਭਾਗ ਨੂੰ। ਧੰਨ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਜਿਨ੍ਹਾਂ ਨੂੰ ਇਹ ਪ੍ਰੇਮ ਲੱਗਾ ਹੋਇਆ, ਤ੍ਰਿਪਤ ਰੱਜੇ ਹੋਏ ਹਨ, ਉਹਨਾਂ ਨੂੰ ਸੰਸਾਰ ਦੇ ਜੀਣ ਦੀ ਹੋਰ ਚਾਹ ਹੀ ਨਹੀਂ। ਮੇਰੇ ਵਰਗੇ ਤੇ ਐਵੇਂ ਪੜ੍ਹ ਕੇ ਮੰਗਲ ਸੰਗਤ ਨੂੰ ਸੁਣਾਉਂਦੇ ਨੇ ਨਾ, ਪੜ੍ਹ ਕੇ। ਕਾਰਨ ਕਿ ਇਹ ਮੈਂ ਤਾਂ ਬੇਨਤੀ ਕੀਤੀ, ਐਵੇਂ ਨਾ ਸੋਚਿਓ ਮੈਂ ਕੋਈ ਬੜਾ, ਇਹ ਗੱਲ ਤੇ ਵੀ ਆਪਾਂ ਸੋਚੀ ਜਾਂਦੇ, ਗਿਆਨੀ ਨੇ ਕਹਿ ਦਿੱਤਾ ਮੇਰੇ ਵਰਗੇ, ਤੇ ਉਹਦਾ ਕਾਰਨ ਹੈ। ਮੈਂ ਇਹ ਕਿਉਂ ਕਿਹਾ, ਜਦੋਂ ਕਥਾ ਸਿੱਖਣੀ ਆਰੰਭ ਕੀਤੀ ਨਾ, ਤੇ ਸੁਭਾਵਿਕ ਸੀ ਗੁਰਬਾਣੀ ਦੇ ਸ਼ਬਦ ਕੰਠ ਕਰਨੇ ਪੈਣੇ ਸਨ। ਤੇ ਗੁਰਬਾਣੀ ਦੇ ਬੈਠਾ ਸ਼ਬਦ ਕੰਠ ਕਰਾਂ, ਤੇ ਜਥੇ ਦਾ ਇੱਕ ਗੁਰਮੁਖ ਪਿਆਰਾ ਸਿੰਘ ਸੀ, ਕਹਿਣ ਲੱਗਾ ਭਜੰਗੀਆ ਕੀ ਕਰਦਾ? ਮੈਂ ਜੀ ਕਥਾ ਸਿੱਖਦਾ ਅੱਜ ਕੱਲ੍ਹ। ਕਹਿੰਦੇ ਹੁਣ ਕੀ ਕਰਦਾ? ਮੈਂ ਸ਼ਬਦ ਕੰਠ ਕਰਦਾ। ਕਹਿੰਦੇ ਕੀ ਫਾਇਦਾ ਉਹਨਾਂ ਸ਼ਬਦਾਂ ਦਾ ਜਿਹੜੇ ਦੂਸਰਿਆਂ ਨੂੰ ਸੁਣਾਉਣ ਵਾਸਤੇ ਕੰਠ ਕੀਤੇ, ਆਪਣੇ ਲਈ ਕੀਤਾ ਹੀ ਕੋਈ। ਗੁਰਬਾਣੀ ਕੰਠ ਤੇ ਕੀਤੀ ਦੂਸਰਿਆਂ ਨੂੰ ਸੁਣਾਉਣ ਲਈ, ਆਪਣੇ ਲਈ ਅੱਜ ਤੱਕ ਨਹੀਂ ਜੇ ਕੀਤੀ। ਇਹ ਹਕੀਕਤ ਹੈ। ਧੰਨ ਸਤਿਗੁਰੂ ਸਾਹਿਬ ਜੀ ਦੇ ਪਿਆਰੇ, ਉਹ ਭਾਈ ਜੀਵਨ ਦੂਸਰਿਆਂ ਦੇ ਲੇਖੇ ਲਾਉਂਦੇ ਨੇ, ਗੁਰਬਾਣੀ ਹਿਰਦੇ ਵਿੱਚ ਵਸਾ ਕਰਕੇ ਰੱਖਦੇ ਨੇ, ਜਿਹੜੇ ਪ੍ਰੇਮ ਰਸ ਨਾਲ ਰੱਜੇ ਹੋਏ ਨੇ।
ਇਹੋ ਜਿਹੇ ਤ੍ਰਿਪਤ ਹੋਏ ਹਨ, ਇਹੋ ਜਿਹੇ ਰੱਜੇ ਨੇ, ਆਪਣੇ ਲਈ ਤਮਾ ਹੀ ਕੋਈ ਨਹੀਂ। ਇਹ ਤਮਾ ਹੀ ਨਹੀਂ ਕਿ ਕੋਈ ਸਾਨੂੰ ਵੱਡਾ ਵੀ ਆਖੇ। ਆਪ ਸਾਰਿਆਂ ਨੂੰ ਨਿਮਾਣੇ ਹੋ ਕਰਕੇ ਇਹ ਸਾਰੀਆਂ ਹੀ ਇੱਛਾਵਾਂ ਨੂੰ ਛੱਡ ਕਰਕੇ ਭਾਈ ਇਸ ਗੱਲ ਦੀ ਵੀ ਇੱਛਾ ਨਹੀਂ ਕਿ ਕੋਈ ਸਾਡੀ ਸੋਭਾ ਕਰੇ ਆਣ ਕਰਕੇ। ਇਹੋ ਜਿਹੇ ਹਨ ਉਹ ਹਰੇਕ ਤਰੀਕਿਆਂ ਕਰਕੇ, ਇਕੱਲੇ ਪਦਾਰਥਾਂ ਵੱਲੋਂ ਨਹੀਂ, ਉਹ ਹਰ ਪਾਸੇ ਤੋਂ ਰੱਜੇ ਹੋਏ ਹਨ। ਜੇ ਨਹੀਂ ਤੇ ਜਿਨ੍ਹਾਂ ਦੀ ਭੁੱਖ ਦੂਰ ਕੀਤੀ ਨਾ ਸਾਹਿਬ ਬਾਬਾ ਮਰਦਾਨਾ ਜੀ ਦੀ, ਉਹਨਾਂ ਦਾ ਜੀਵਨ ਪੜ੍ਹ ਲਵੋ। ਜਦੋਂ ਸਰੀਰ ਛੱਡਣ ਲੱਗੇ ਤੇ ਗੁਰਦੇਵ ਸਤਿਗੁਰੂ ਸਾਹਿਬ ਕਹਿੰਦੇ ਭਾਈ ਮਰਦਾਨਿਆ ਕਬਰ ਕਿਹੋ ਜਿਹੀ ਬਣਾਈਏ? ਤੇ ਸਤਿਗੁਰੂ ਸਾਹਿਬ ਜੀ ਨਾਲ ਲੜ ਪਏ ਸਾਹਿਬ ਬਾਬਾ ਮਰਦਾਨਾ ਜੀ। ਕਹਿੰਦੇ ਮਹਾਰਾਜ ਤੂੰ ਵੀ ਉਹ ਕਰ ਦਿੱਤੀ ਨਾ, ਮੈਨੂੰ ਫਿਰ ਗਰੀਬ ਤੇ ਮਰਾਸੀ ਸਮਝਿਆ ਨਾ, ਤੇਰੇ ਦਰ ਤੇ ਆਏ ਸਾਂ, ਇੱਥੇ ਜਾਤ ਪਾਤ ਕੋਈ ਨਹੀਂ, ਆ ਮਿੱਟੀ ਦੀ ਦੇਹ ਚੋਂ ਕੱਢ ਕੇ ਪੱਥਰ ਦੀ ਚ ਹੀ ਪਾਉਣਾ ਸੀ, ਤੇ ਫਿਰ ਗੁਰਦੇਵ ਤੁਹਾਡੇ ਨਾਲ ਆਉਣ ਦਾ ਕੀ ਫਾਇਦਾ? ਕਹਿਣ ਲੱਗੇ ਚੰਗਾ ਫਿਰ ਹਾਥ ਸਰੀਰ ਛੱਡ ਕੇ ਐਸੇ ਸਰੀਰ 'ਚ ਹੀ ਆਸਣ ਲਾ ਲਵੋ। ਉਹ ਭਾਈ ਚਫੇਰਿਓਂ ਰੱਜੇ ਹੋਏ ਹਨ, ਕਿਸੇ ਵੀ ਸੋਭਾ ਦੀ, ਕਿਸੇ ਵੀ ਮਕਬਰੇ ਦੀ, ਕਿਸੇ ਵੀ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੈ ਜੀ। ਤਿਆਗ ਬਿਨਤੀ ਕਰੇ। ਤੇ ਮਹਾਰਾਜ ਜੀ ਹੋਰ ਕੀ ਉਹਨਾਂ ਨੇ ਕੀਤਾ ਕੀ ਹੈ ਜੀ? ਕਹਿੰਦੇ ਉਹਨਾਂ ਨੇ ਆਪਾ ਭਾਵ ਤਿਆਗ ਕਰਕੇ, ਆਪਣੇ ਗੁਣਾਂ ਦਾ ਹੰਕਾਰ ਛੱਡ ਕੇ ਤੇ ਫਿਰ ਵੀ ਬੇਨਤੀਆਂ ਕਰਦੇ ਨੇ। ਆਪਾ ਭਾਵ ਵੀ ਤਿਆਗ ਦਿੱਤਾ ਤੇ ਬੇਨਤੀਆਂ ਕਰਨੀਆਂ ਵੀ ਨਹੀਂ ਛੱਡੀਆਂ। ਬੇਨਤੀਆਂ ਵੀ ਨਾਲ ਦੇ ਨਾਲ ਗੁਰੂ ਕੇ ਸਿੱਖ ਕਰੀ ਜਾਂਦੇ ਨੇ। ਇਸ ਗੱਲ ਦੀ ਬੜੀ ਚਰਚਾ ਅੱਜ ਵੀ ਪੰਥ ਵਿੱਚ। ਆ ਕਈ ਜਿਹੜੇ ਕਹਿੰਦੇ ਨਾ ਜੀ ਮਨ ਜਿਹੜਾ ਨਾ, ਮਨ ਸਾਫ਼ ਹੋਣਾ ਚਾਹੀਦਾ, ਕਿਰਪਾਨਾਂ ਕਰਪੂਨਾ ਪਾਉਣੀਆਂ ਤੇ ਟੰਕੌਂਚਲੇ ਨੇ, ਰੋਜ਼ ਨਿਤਨੇਮ ਕਰਨ ਦੀ ਕੀ ਜ਼ਰੂਰਤ ਹੈ? ਆਪ ਤਿਆਗ ਬਿਨਤੀ ਕਰੇ, ਆਪਾ ਭਾਵ ਤਿਆਗ ਕਰਕੇ, ਸਾਰੇ ਔਗਣ ਤਿਆਗ ਕਰਕੇ ਤੇ ਫਿਰ ਵੀ ਬੇਨਤੀਆਂ ਕਰੇ, ਫਿਰ ਵੀ ਅਰਦਾਸਾਂ ਕਰੇ। ਕਲਗੀਧਰ ਪਾਤਸ਼ਾਹ ਜੀ ਦੇ ਪਾਸ ਬਹਾਦਰ ਸ਼ਾਹ ਦਾ ਜਿਹੜਾ ਵੱਡਾ ਕਾਜੀ ਸੀ ਨਾ, ਉਹਨੇ ਬੇਨਤੀ ਕੀਤੀ ਮਹਾਰਾਜ ਖੁਦਾ ਦੀ ਬੰਦਗੀ ਕਿਵੇਂ ਕੀਤੀ ਜਾਵੇ? ਤੇ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਕਾਜੀ ਸਾਹਿਬ ਸਾਰੇ ਹੀ ਔਗਣ ਤਿਆਗ ਕੇ, ਸ਼ਰੀਅਤ ਧਰਮ ਦਾ ਪੱਕਾ ਹੋਵੇ ਮਨੁੱਖ, ਸਾਰੇ ਔਗਣਾਂ ਦਾ ਤਿਆਗ ਕਰਕੇ ਤੇ ਫਿਰ ਖੁਦਾ ਦੀ ਬੰਦਗੀ ਵਿੱਚ ਬੈਠੇ। ਤੇ ਕਾਜੀ ਕਹਿੰਦਾ ਜੀ ਤੁਸੀਂ ਤੇ ਨਵਾਂ ਮਸਲਾ ਪਾ ਦਿੱਤਾ, ਤੁਹਾਡੇ ਕੋਲੋਂ ਮੈਂ ਪਹਿਲਾ ਹੱਲ ਕਰਾਉਣ ਆਇਆ ਸਾਂ, ਤੁਸੀਂ ਅਗਲਾ ਮਸਲਾ ਪਾ ਦਿੱਤਾ। ਜੇ ਔਗਣ ਹੀ ਤਿਆਗ ਦਿੱਤੇ, ਸ਼ਰ੍ਹਾ 'ਚ ਪੱਕਾ ਹੈ, ਧਰਮ ਦਾ ਪੱਕਾ ਹੈ, ਔਗਣ ਤਿਆਗ ਦਿੱਤੇ ਨੇ, ਫਿਰ ਬੰਦਗੀ ਕਰਨ ਦੀ ਕੀ ਲੋੜ ਹੈ? ਕਰੇ ਚਾਹੇ ਨਾ ਕਰੇ। ਜਦੋਂ ਔਗਣ ਹੀ ਨਾਸ ਹੋ ਗਏ, ਮਹਾਰਾਜ ਕਹਿਣ ਲੱਗੇ ਨਹੀਂ ਕਾਜੀ ਤੂੰ ਸੁਣਿਆ ਨਹੀਂ ਚੰਗੇ ਤਰੀਕੇ। ਅਸੀਂ ਕਿਹਾ ਹੈ ਸਰੀਰ ਕਰਕੇ ਔਗਣਾਂ ਦਾ ਤਿਆਗ ਕਰੇ, ਮਨ ਕਰਕੇ ਖੁਦਾ ਦੀ ਬੰਦਗੀ ਕਰੇ। ਔਗਣ ਸਰੀਰ ਕਰਕੇ ਛੱਡੇ ਜਾ ਸਕਦੇ ਹਨ। ਆਪਾਂ ਪਰਾਇਆ ਤਨ ਕੇਵਲ ਅੱਖਾਂ ਨਾਲ ਵੇਖਣਾ ਛੱਡ ਸਕਦੇ ਹਾਂ, ਪਰਾਏ ਧਨ ਨੂੰ ਅੱਖਾਂ ਨਾਲ ਤੱਕਣਾ ਛੱਡ ਸਕਦੇ ਹਾਂ। ਗੁਰਸਿੱਖੋ ਪਰਾਈ ਚੁਗਲੀ ਕੰਨਾਂ ਨਾਲ ਸੁਣਨੀ ਬੰਦ ਕਰ ਸਕਦੇ ਹਾਂ, ਕਿਸੇ ਦੀ ਨਿੰਦਿਆ ਕਰਨੀ ਜ਼ਬਾਨ ਨਾਲ ਬੰਦ ਕਰ ਸਕਦੇ ਹਾਂ, ਪਰ ਜਿਹੜੀ ਅੰਦਰ ਇੱਛਾ ਹੈ ਉਹਨੂੰ ਨਹੀਂ ਮਾਰ ਸਕਦੇ। ਜੇ ਮਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਤਿਆਗ ਕਰਕੇ ਬੰਦਗੀ ਭਗਤੀ 'ਚ ਨਾ ਲੱਗਾ ਤੇ ਫਿਰ ਭਾਈ ਉਹ ਜਿਹੜਾ ਪ੍ਰੇਮ ਰਸ ਹੈ ਨਾ ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਦਾ, ਕਦੀ ਵਾਸਤੇ ਨਹੀਂ ਜੇ ਆ ਸਕਦਾ। ਸਤਿਗੁਰੂ ਸਾਹਿਬ ਕਹਿਣ ਲੱਗੇ ਕਾਜੀ ਸਾਹਿਬ ਬਚਨ ਸੁਣਿਆ ਨਹੀਂ, ਮਨ ਕਰਕੇ ਬੰਦਗੀ ਕਰੇ। ਕਹਿੰਦਾ ਜੀ ਉਹ ਬੜੀ ਔਖੀ ਅਸੀਂ ਕਰ ਦਿੰਦੇ। ਕਹਿੰਦੇ ਚੰਗਾ ਫਿਰ ਜਿਹੜਾ ਕਹਿੰਦਾ ਨਾ ਜੀ ਮੇਰਾ ਮਨ ਬੜਾ ਸਾਫ਼ ਹੈ, ਤੁਸੀਂ ਵੀ ਇਹ ਪ੍ਰੈਕਟੀਕਲ ਕਰਕੇ ਵੇਖ ਲਿਓ। ਸਤਿਗੁਰੂ ਸਾਹਿਬ ਕਹਿੰਦੇ ਚੰਗਾ ਫਿਰ ਕਾਜੀ ਸਾਹਿਬ ਮਨ ਟਿਕਾ ਕੇ ਵਿਖਾ ਲਓ। ਅਨੇਕਾਂ ਯਤਨ ਕੀਤੇ, ਮਨ ਵਸ ਵਿੱਚ ਹੀ ਨਾ ਆਵੇ। ਓੜਕ ਗੁਰੂ ਕੇ ਚਰਨਾਂ ਤੇ ਨਮਸਕਾਰ ਕਰਕੇ ਕਹਿੰਦੇ ਹੁਣ ਪਤਾ ਲੱਗ ਗਿਆ ਕਿ ਬੰਦਗੀ ਭਗਤੀ ਕਰਨੀ ਕਿਵੇਂ। ਬੰਦਗੀ ਭਗਤੀ ਕਰਨ ਦਾ ਕਾਰਨ ਹੀ ਇਹੋ ਹੈ ਕਿ ਇਹ ਮਨ ਟਿਕ ਜਾਵੇ। ਜਿੰਨੇ ਨਿਯਮ ਪੰਜਾਂ ਕਕਾਰਾਂ ਦੀ ਰਹਿਤ, ਸਵੇਰ ਦੀਆਂ 5 ਬਾਣੀਆਂ ਦਾ ਨਿਤਨੇਮ, ਰਹਿਰਾਸ ਸਾਹਿਬ ਦਾ ਨਿਤਨੇਮ, ਰਾਤ ਨੂੰ ਸੌਣ ਲੱਗਿਆਂ ਕੀਰਤਨ ਸੋਲਾ, ਤੇ ਹਰੇਕ ਨਿਤਨੇਮ ਤੋਂ ਬਾਅਦ ਕੀ ਗੁਰੂ ਕੇ ਸਿੱਖ ਕਹਿੰਦੇ ਅਰਦਾਸ ਕਰਨੀ। ਸਾਰੇ ਕੰਮ ਕਰਦਿਆਂ ਅਰਦਾਸ ਕਰਨ ਦਾ ਮਤਲਬ ਇਹੋ ਹੀ ਹੈ ਮਹਾਰਾਜ ਇਹ ਬਾਣੀ ਪੜ੍ਹਦਿਆਂ ਵੀ ਭੁੱਲਾਂ ਹੋਈਆਂ, ਕਿਰਪਾ ਕਰਿਓ ਕੱਲ੍ਹ ਨੂੰ ਅੱਜ ਜਿਹੜੀਆਂ ਭੁੱਲਾਂ ਹੋਈਆਂ ਮਾਫ਼ ਕਰਿਆ ਜੇ, ਤੇ ਆਗਾਹਾਂ ਤੋਂ ਸੁੱਧ ਸਪਸ਼ਟ ਪੜ੍ਹਾ ਲਿਆ ਜੇ। ਤੇ ਫਿਰ ਗੁਰਦੇਵ ਕਿਰਪਾ ਕਰਿਆ ਜੇ, ਰਹਿਮਤ ਕਰਿਆ ਜੇ। ਹੁਣ ਸੌਣ ਲੱਗਾ, ਹੁਣ ਦਿਨ ਦਿਹਾੜੇ ਜਦੋਂ ਠਾਓਗੇ ਅੰਮ੍ਰਿਤ ਵੇਲੇ ਠਾ ਕੇ ਫਿਰ ਬਾਣੀ ਪੜ੍ਹਾ ਲਿਆ ਜੀ। ਇਹ ਸਭ ਕੁਝ ਕਰਦਿਆਂ ਹੋਇਆਂ ਵੀ ਆਪਾ ਭਾਵ ਤਿਆਗਣਾ ਕਿਵੇਂ? ਜਿਵੇਂ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਭਗਤਾਂ ਨੇ ਤਿਆਗਿਆ, ਮੈਂ ਨਾਹੀਂ ਕਛ ਹੋ ਨਾਹੀਂ, ਕਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ।
ਸਦਨਾ ਜਨ ਤੋਰਾ। ਜਿਵੇਂ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਭਗਤ ਕਬੀਰ ਜੀ ਨੇ ਤਿਆਗ ਦਿੱਤਾ ਹੈ। ਕਿਹਾ ਭਗਤ ਕਬੀਰ ਜੀ ਤੁਹਾਡੀ ਬੜੀ ਚਰਚਾ ਹੈ, ਬੜੀ ਚੜ੍ਹਦੀ ਕਲਾ ਤੁਹਾਡੀ ਤੇ। ਕਹਿਣ ਲੱਗੇ ਨਾ ਭਾਈ, ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਜੋ ਕਿਛ ਕੀਆ ਸੋ ਹਰ ਕੀਆ, ਭਇਓ ਕਬੀਰ ਕਬੀਰ। ਇਹ ਆਪਾ ਭਾਵ ਤਿਆਗਣਾ ਹੈ, ਮੈਂ ਕੁਝ ਨਹੀਂ ਕਰ ਸਕਦਾ, ਮੇਰੇ ਪਾਸੋਂ ਕੁਝ ਹੋ ਹੀ ਨਹੀਂ ਸਕਦਾ। ਇਹ ਭਾਵ ਤਿਆਗ ਕਰਕੇ ਵੀ ਤੇ ਫਿਰ ਵੀ ਬੇਨਤੀ ਕਰਨ ਲਈ ਕਹਿੰਦੇ ਨੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ। ਇਹ ਬੇਨਤੀ ਹੈ ਨਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਮਹਾਰਾਜ ਮੈਂ ਕਾਹੇ ਜੋਗਾ ਨਹੀਂ, ਆਪ ਕਿਰਪਾ ਕਰਕੇ ਰਹਿਮਤ ਕਰਕੇ ਸਾਡੀ ਲਾਜ ਪਤ ਰੱਖ ਲਿਆ ਜੇ। ਜਿਨ੍ਹਾਂ ਨੇ ਇਹ ਬੇਨਤੀਆਂ ਕੀਤੀਆਂ ਹਨ, ਕੀ ਬੇਨਤੀ ਕਰਦੇ ਹਨ? ਮਹਾਰਾਜ ਬੇਨਤੀ ਕੀ ਕਰਨੀ ਹੈ? ਧੰਨ ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਬੇਨਤੀ ਕਰਿਆ ਕਰ ਗੁਰੂ ਕਾ ਸਿੱਖਾ, ਇਹ ਪਾਤਸ਼ਾਹ ਮੈਨੂੰ ਆਪਣੇ ਲੜ ਪੱਲੇ ਨਾ ਲਾ ਲੈਣਾ ਕਰੋ। ਕਾਰਨ ਪਾਤਸ਼ਾਹ ਮੈਂ ਸੁਣਿਆ ਜਿਹੜਾ ਤੁਹਾਡਾ ਪੱਲਾ ਫੜ ਲਵੇ ਨਾ, ਉਹ ਫਿਰ ਕੈਦ ਚੋਂ ਛੁੱਟ ਜਾਂਦਾ ਹੈ ਜੀ। ਮਹਾਰਾਜ ਜੀ ਕਿਵੇਂ ਜੀ? ਆਪ ਕਿਰਪਾ ਕਰੋ। ਜਦੋਂ ਇਹ ਬੇਨਤੀਆਂ ਕਰਾਂਗੇ ਫਿਰ ਕੀ ਹੋਵੇਗਾ? ਕਹਿੰਦੇ ਭਾਈ ਜਿਹੜਾ ਹਰੀਕੰਤ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਨਾਲ ਜੀਵ ਰੂਪੀ ਇਸਤਰੀਆਂ ਮਿਲਾ ਰਹੀਆਂ ਹਨ, ਕਹਿੰਦੇ ਉਹ ਭਾਈ ਕਦੀ ਵਾਸਤੇ ਵੀ ਉਹਨਾਂ ਨੂੰ ਵਿਛੋੜਾ ਨਹੀਂ ਪੈ ਸਕਦਾ। ਜਿਵੇਂ ਆਰੀਆ ਸਮਾਜੀ ਕਹਿੰਦੇ ਨਾ ਵੀ 2.5 ਕਰੋੜ ਹਮੇਸ਼ਾ ਖੁਦਾ 'ਚ ਭੇਦ ਰਹਿੰਦਾ ਤੇ ਫਿਰ ਵਿਛੜ ਜਾਂਦਾ। ਮਹਾਰਾਜ ਕਹਿੰਦੇ ਨਹੀਂ ਭਾਈ, ਜਿਹੜਾ ਮਿਲ ਗਿਆ ਹੈ ਉਹਨੂੰ ਕਦੀ ਦੁਬਾਰਾ ਵਿਛੋੜਾ ਨਹੀਂ ਹੋਵੇਗਾ ਜੀ। ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਦੂਸਰਾ ਕੋਈ ਨਹੀਂ ਹੈ ਸੰਸਾਰ ਵਿੱਚ। ਜਿਹੜਾ ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਨੂੰ ਪ੍ਰਾਪਤ ਕਰਵਾ ਸਕਦਾ ਹੋਵੇ, ਐਸੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ। ਮਹਾਰਾਜ ਅੱਸੂ ਦੇ ਮਹੀਨੇ ਦੁਆਰਾ ਕੌਣ ਸੁਖੀ ਵਸਣਗੇ ਦੱਸਦੇ ਹਨ? ਜਿਨ੍ਹਾਂ ਤੇ ਉਹ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਰਹਿਮਤ ਕੀਤੀ ਹੈ, ਦਇਆ ਕੀਤੀ ਹੈ, ਜਿਨ੍ਹਾਂ ਤੇ ਬਖਸ਼ਿਸ਼ ਕਰਕੇ ਨਾਮ ਬਾਣੀ ਦਾ ਜਾਪ ਕਰਵਾ ਲਿਆ ਹੈ, ਉਹ ਅੱਸੂ ਦੇ ਮਹੀਨੇ ਦੁਆਰਾ ਵੀ ਉਹ ਭਾਈ ਸੁਖੀ ਵਸਦੇ ਹਨ। ਜਿਨ੍ਹਾਂ ਤੇ ਇਹ ਬਖਸ਼ਿਸ਼ ਰਹਿਮਤ ਕੀਤੀ, ਜਿਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲਿਆ, ਜਿਨ੍ਹਾਂ ਨੂੰ ਆ ਸੰਗਤ ਵਿੱਚ ਬਿਠਾ ਲਿਆ, ਆਪਣੀ ਵਿੱਚ ਲਿਆ ਕਰਕੇ ਆਪ ਦਇਆ ਕੀਤੀ ਹੈ। ਇਹ ਵੀ ਗੁਰੂ ਕਾ ਉਤਸ਼ਾਹ ਉਦਮ ਹੀ ਹੈ ਨਾ। ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਆਪਣੇ ਵੱਸ ਵਿੱਚ ਕੀ ਹੈ ਇਸ ਸੰਗਤ ਵਿੱਚ ਆਉਣਾ। ਉਹ ਭਾਈ ਅੱਸੂ ਸੁਖੀ ਵਸੰਦੀਆ, ਜਿਨ੍ਹਾਂ ਮਾਇਆ ਹਰ ਰਾਏ, ਜਿਨ੍ਹਾਂ ਤੇ ਸਤਿਗੁਰੂ ਸਾਹਿਬ ਜੀ ਆਪ ਦਿਆਲਤਾ ਕਰ ਰਹੇ ਨੇ, ਜਿਨ੍ਹਾਂ ਤੇ ਰਹਿਮਤ ਕਰ ਰਹੇ ਨੇ, ਜਿਨ੍ਹਾਂ ਤੇ ਬਖਸ਼ਿਸ਼ ਆਪ ਆਪਣੇ ਦਰ ਸਾਰੇ ਖੋਲ੍ਹ ਦਿੱਤੇ ਨੇ। ਭਾਈ ਸਤਿਗੁਰੂ ਸਾਹਿਬ ਜੀ ਦਿਆਲੂ ਹਨ, ਕਿਰਪਾਲੂ ਨੇ ਗੁਰਦੇਵ ਜੀ। ਏਡਾ ਵੱਡਾ ਦਇਆ ਦਾ ਘਰ ਸਤਿਗੁਰੂ ਸਾਹਿਬ ਜੀ ਨੇ ਖਜ਼ਾਨਾ ਖੋਲ੍ਹ ਕੇ ਰੱਖਿਆ ਹੋਇਆ ਹੈ। ਕਿਸੇ ਵੀ ਆਏ ਹੋਏ ਨੂੰ ਸਤਿਗੁਰੂ ਸਾਹਿਬ ਜੀ ਖੈਰ ਪਾਉਣ ਤੋਂ ਬਿਨਾਂ ਤੋਰਦੇ ਨਹੀਂ ਜੀ। ਉਹ ਕਿਰਪਾਲੂ ਹਨ ਸਦਾ ਵਾਸਤੇ। ਦਿਆਲੂ ਤੋਂ ਭਾਵ ਹੀ ਇਹ ਹੁੰਦਾ ਦਇਆ ਦਾ ਆਲਾ। ਆਲਾ ਨਾਮ ਹੁੰਦਾ ਘਰ ਦਾ। ਸਤਿਗੁਰੂ ਸਾਹਿਬ ਜੀ ਦਇਆ ਦੇ ਘਰ ਹਨ। ਕੇਵਲ ਤੇ ਕੇਵਲ ਆਪਾਂ ਬੇਨਤੀਆਂ ਕਰਨ ਵਾਲੇ ਬਣੀਏ। ਬੇਨਤੀ ਕਰਨ ਦੀ ਵੀ ਬੇਨਤੀ ਕਰਨੀ ਪੈਣੀ। ਇਹੋ ਜਿਹੀ ਅਵਸਥਾ ਗੁਰਦੇਵ ਸਤਿਗੁਰੂ ਸਾਹਿਬ ਜੀ ਸਾਡੀ ਬਣਾ ਦੇਣ, ਤਾਂ ਜੋ ਭਾਈ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਅਵਸਥਾ ਪ੍ਰਾਪਤ ਹੋ ਜਾਵੇ। ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ, ਬਖਸ਼ ਲੈਣੀਆਂ। ਕਿਰਪਾ ਕਰਿਆ ਜੇ। ਧੰਨ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਬੜਾ ਕਰੜਾ ਉਪਦੇਸ਼ ਹੈ। ਕੜਛੀਆਂ ਫਰਨ ਸਵਾਓ ਨਾ ਜਾਣਨ ਸੁਣੀਆਂ। ਕੜਛੀ ਤੌੜੀ 'ਚ ਫਿਰਦੀ ਹੈ, ਸਬਜ਼ੀ ਕੜਛੀ ਨਾਲ ਬਣਦੀ ਹੈ, ਵਰਤਾਈ ਵੀ ਕੜਛੀ ਨਾਲ ਜਾਂਦੀ ਹੈ। ਪਰ ਏਡੀ ਨਕਰਮੀ ਹੈ, ਜਦੋਂ ਬਾਹਰ ਨਿਕਲੀ ਖਾਲੀ ਦੀ ਖਾਲੀ ਨਿਕਲੀ, ਵਿੱਚ ਆਪਣੇ ਵਿੱਚ ਕੱਖ ਨਹੀਂ ਰਹਿੰਦਾ। ਕਿਰਪਾ ਕਰਿਆ ਜੇ ਕਿਤੇ ਜੀਵਨ ਕੜਛੀ ਵਰਗਾ ਨਾ ਹੋਵੇ। ਆਪ ਦਿਆਲਤਾ ਕਰਿਆ ਜੇ। ਅਰਦਾਸ ਕਰਿਓ ਸਤਿਗੁਰੂ ਸਾਹਿਬ ਜੀ, ਜੇ ਇਸ ਪਾਸੋਂ ਆਪਣੇ ਦਰ ਦੀ ਸੋਭਾ ਸਿਫਤ ਕਰਾ ਰਹੇ ਹੋ, ਆਪ ਜੀ ਦੇ ਦਰ ਦੀ ਸਿਫਤ ਇਸ ਦੇ ਹਿਰਦੇ ਵਿੱਚ ਵਸੇ, ਤਾਂ ਜੋ ਭਾਈ ਇਹ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਆਏ ਹੋਏ ਪ੍ਰਵਾਨ ਹੋ ਜਾਈਏ। ਕਿਰਪਾ ਕਰਿਓ ਜੇ। ਦੇਹੋ ਸੱਜਣ ਅਸੀਸੜੀਆਂ, ਜੇ ਹੋਵੇ ਸਾਹਿਬ ਸਿਉ ਮੇਲ, ਲੇਖੇ ਕਤੇ ਨਾ ਛੁੱਟੀਏ। ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰਾ ਬਖਸ਼ ਲੈ, ਨਾਨਕ ਪਾਰ ਉਤਾਰ। ਦੂਜਾ
ਨਾਨਕ ਹਰ ਸਰਣ ਆਏ, ਅਸੂ ਸੁਖੀ ਵਸੰਦੀਆ, ਜਿੰਨਾ ਮਇਆ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਗੁਰੂ ਜੀ ਕੀ ਫਤਿਹ।